CKYE 89.1 ਐਂਡ 93.1 ਰੈਡ FM ਸੁਣ ਰਹੇ ਜੀ ਤੁਸੀਂ ਰੋਸ਼ਨੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਚੁੱਕੇ ਹੋ ਜੈਸਮਿਨ ਦੇ ਨਾਲ। ਬਹੁਤ ਹੀ ਇੰਟਰਸਟਿੰਗ ਅੱਜ ਦਾ ਵਿਸ਼ਾ। ਬਹੁਤ ਵਾਰੀ ਆਪਾਂ ਇਸ ਸ਼ੋਅ ਦੇ ਵਿੱਚ ਗੱਲ ਕੀਤੀ ਹੈ ਜੈਨਜ਼ੀਜ਼ ਦੀ। ਜੇ ਮੈਂ ਤੁਹਾਨੂੰ ਦੱਸਾਂ ਕਿ ਜੈਨਜ਼ੀਜ਼ ਕੌਣ ਹੁੰਦੇ ਨੇ, ਜਿਨ੍ਹਾਂ ਨੂੰ ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਹੈ, ਪਰ ਜਿਹੜੇ ਬੱਚਿਆਂ ਦਾ ਜਨਮ 1997 ਤੋਂ ਲੈ ਕੇ 2012 ਦੇ ਬਿਟਵੀਨ ਹੋਇਆ, 1997 to 2012, ਤੁਹਾਡੇ 'ਚੋਂ ਬਹੁਤਿਆਂ ਦੇ ਬੱਚੇ ਹੋਣੇ ਆ ਜਿਹੜੇ ਜੈਨਜ਼ੀਜ਼ ਹੈਗੇ ਹੈ। ਸੋ ਕਈ ਵਾਰੀ ਅਸੀਂ ਜੈਨਜ਼ੀਜ਼ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਸਾਰੀਆਂ ਕਨਸੈਪਸ਼ਨਸ ਆਪਣੇ ਮਨ ਦੇ ਵਿੱਚ ਬਣਾ ਲੈਂਦੇ ਹਾਂ। ਅਸੀਂ ਇਹ ਸੋਚ ਲੈਂਦੇ ਹਾਂ ਜੈਨਜ਼ੀ ਤਾਂ ਕੰਮ ਨਹੀਂ ਕਰਦੇ। ਜਿਸ ਤਰੀਕੇ ਨਾਲ ਅਸੀਂ ਹਾਰਡ ਵਰਕ ਕਰਦੇ ਹਾਂ, ਔਰ ਤੁਸੀਂ ਬਹੁਤ ਵਾਰੀ ਆਪਣੇ ਬੱਚਿਆਂ ਨੂੰ ਇਹ ਗੱਲ ਕਹੀ ਹੋਣੀ ਹੈ ਵੀ ਅਸੀਂ ਤਾਂ ਬਹੁਤ ਹਾਰਡ ਵਰਕ ਕਰਦੇ ਸੀ, ਬੱਚੇ ਤੁਸੀਂ ਨਹੀਂ ਇੰਨਾ ਹਾਰਡ ਵਰਕ ਕਰਦੇ। ਪਰ ਅੱਜ ਖਾਸ ਤੌਰ 'ਤੇ ਇੱਕ ਜੈਨਜ਼ੀ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਬੁਲਾਇਆ, ਜਿਹੜੇ ਖੁਦ ਇੱਕ ਜੈਨਜ਼ੀ ਨੇ ਅਤੇ ਨਾਲ ਹੀ ਮਾਰਕੀਟਿੰਗ ਮੈਨੇਜਰ ਨੇ ਦ ਟਾਈਮਜ਼ ਆਫ ਕੈਨੇਡਾ ਦੇ। ਸਾਡੇ ਸਰੀ ਦੇ ਹੀ ਬਹੁਤ ਸਤਿਕਾਰਤ ਸਾਡੇ ਵੱਡੇ ਭਰਾ ਵਿਨੇ ਸ਼ਰਮਾ ਨੇ, ਉਹਨਾਂ ਦੀ ਬੇਟੀ ਨੇ। ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੰਮ ਸੰਭਾਲਿਆ। ਮੈਨੂੰ ਪਿੱਛੇ ਜੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਬਹੁਤ ਇੰਪਰੈਸ ਹੋਈ। ਗੀਤਾਂਜਲੀ ਸ਼ਰਮਾ ਇਹਨਾਂ ਦਾ ਨਾਮ ਹੈ। ਮੈਨੂੰ ਲੱਗਿਆ ਕਿ ਵਾਕਈ ਜਿਹੜਾ ਅਸੀਂ ਇੱਕ ਲੇਬਲ ਲਗਾਤਾ ਨਾ ਜੈਨਜ਼ੀਜ਼ ਦੇ ਉੱਤੇ, ਕਿਤੇ ਨਾ ਕਿਤੇ ਇਸ ਲੇਬਲ ਨੂੰ ਉਤਾਰਨ ਦੀ ਜ਼ਰੂਰਤ ਹੈ। ਕਿਉਂ ਉਤਾਰਨ ਦੀ ਜ਼ਰੂਰਤ ਹੈ, ਕਿਉਂ ਅਸੀਂ ਇਹ ਲੇਬਲ ਲਗਾ ਰਹੇ ਹਾਂ? ਅੱਜ ਗੀਤਾਂਜਲੀ ਦੇ ਨਾਲ ਹੀ ਗੱਲਾਂ ਬਾਤਾਂ ਕਰਕੇ ਜਾਣਾਂਗੇ, ਕਿਉਂਕਿ ਖੁਦ ਇੱਕ ਜੈਨਜ਼ੀ ਨੇ ਜਿਹੜੇ ਇਹ ਲੇਬਲ ਲਗਾਏ ਨੇ। ਸ਼ਾਇਦ ਇਹ ਵੀ ਫੇਸ ਕਰਦੇ ਨੇ ਆਪਣੀ ਲਾਈਫ ਦੇ ਵਿੱਚ ਇਹ ਚੈਲੰਜਿਸ, ਇਹਨਾਂ ਨੇ ਵੀ ਫੇਸ ਕੀਤੇ ਆ, ਲੋਕਾਂ ਨੇ ਇਹਨਾਂ ਬਾਰੇ ਵੀ ਕਿਹਾ ਹੋਊਗਾ। ਪਰ ਕਿਸ ਤਰੀਕੇ ਨਾਲ ਸਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈਗੀ ਹੈ, ਅੱਜ ਇਹ ਗੱਲਾਂ ਬਾਤਾਂ ਕਰਾਂਗੇ। ਗੀਤਾਂਜਲੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੈਸਮਿਨ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਐਂਡ ਮੈਨੂੰ ਸੱਦਣ ਲਈ ਥੈਂਕ ਯੂ ਰੈਡ FM ਨੂੰ ਐਜ਼ ਵੈਲ ਫॉर ਏਅਰਿੰਗ ਦਿਸ ਟੌਪਿਕ। ਥੈਂਕ ਯੂ ਫॉर ਕਮਿੰਗ। ਮੈਨੂੰ ਪਤਾ ਹੈ ਕਿ ਅੱਜ ਕੱਲ੍ਹ ਬਹੁਤ ਬਿਜ਼ੀ ਹੋ, ਬਹੁਤ ਜ਼ਿਆਦਾ ਕੰਮ ਕਰ ਰਹੇ ਹੋ, ਔਰ ਮੈਨੂੰ ਖੁਸ਼ੀ ਹੈ ਕਿ ਜਿਹੜਾ ਇਹ ਲੇਬਲ ਹੈਗਾ ਵੀ ਜੈਨਜ਼ੀ ਕੰਮ ਨਹੀਂ ਕਰਦੇ, ਗੀਤਾਂਜਲੀ ਨੇ ਉਸ ਲੇਬਲ ਨੂੰ ਬ੍ਰੇਕ ਕੀਤਾ। ਮਿਹਨਤੀ ਉਹ ਕੰਮ ਕਰ ਰਹੇ ਹੈ। ਯੈਸ ਐਂਡ ਯੈਸ, ਮੈਂ ਆਪਣੇ ਲਿਸਨਰਸ ਨੂੰ ਦੱਸਦੀ ਹਾਂ ਜੀ ਕਿ ਹੁਣੇ ਲਾਸਟ ਵੀਕ ਐਕਚੁਅਲੀ ਗੀਤਾਂਜਲੀ ਨੂੰ ਇੱਕ ਅਵਾਰਡ ਵੀ ਮਿਲਿਆ ਯੰਗ ਟ੍ਰੇਲ ਬਲੇਜ਼ਰ ਦਾ। ਟੱਚ ਲਾਈਫ ਫਾਊਂਡੇਸ਼ਨ ਵੱਲੋਂ ਇੱਕ ਗਾਲਾ ਕਰਾਇਆ ਗਿਆ ਸੀ ਉਹਦੇ ਵਿੱਚ। ਅਤੇ ਗੀਤਾਂਜਲੀ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਸੋ ਮਚ। ਆਈ ਥਿੰਕ ਉਹੀ ਚੀਜ਼ ਲੱਗਦੀ ਹੈ ਕਿ ਹਲੇ ਛੋਟੇ ਹੀ ਆ, ਹਲੇ ਇਨਫ ਕੀਤਾ ਨਹੀਂ ਅਵਾਰਡਸ ਲਈ। ਪਰ ਉਹੀ ਗੱਲ ਹੋ ਜਾਂਦੀ ਕਿ ਇੱਕ ਤਾਂ ਆਪਾਂ ਗੱਲ ਕਰਦੇ ਸੀ ਕਿ ਪ੍ਰੈਸ਼ਰ ਬਣ ਜਾਂਦਾ ਕਿਉਂਕਿ ਹੁਣ ਅਵਾਰਡ ਮਿਲਿਆ, ਇੱਦਾਂ ਨਾ ਹੋਵੇ ਕਿ ਅਵਾਰਡ ਮਿਲ ਗਿਆ ਹੁਣ ਕੁੜੀ ਨੇ ਕੰਮ ਨਹੀਂ ਕੀਤਾ ਇਸ ਤੋਂ ਬਾਅਦ। ਪਰ ਇਟਸ ਗੁੱਡ ਪ੍ਰੈਸ਼ਰ ਐਂਡ ਰੈਕਗਨੀਸ਼ਨ ਜਦੋਂ ਆਪਣੀ ਕਮਿਊਨਿਟੀ ਤੋਂ ਮਿਲਦੀ ਆ। ਆਈ ਡੋਂਟ ਥਿੰਕ ਉਹ ਤੋਂ ਉੱਪਰ ਕੁਛ ਵੀ ਫੀਲ ਬਿਲਕੁਲ ਬਿਲਕੁਲ। ਐਂਡ ਬਹੁਤ ਖੁਸ਼ੀ ਹੁੰਦੀ ਹੈ ਗੀਤਾਂਜਲੀ ਜਦੋਂ ਤੁਹਾਡੇ ਵਰਗੇ ਬੱਚਿਆਂ ਨੂੰ ਦੇਖੀਦਾ ਹੈ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਇੱਕ ਵਧੀਆ ਰਾਹ ਦੇ ਉੱਤੇ ਚੱਲੀ ਹੋਈ ਹੈ। ਕਿਉਂਕਿ ਆਪਾਂ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕਮਿਊਨਿਟੀ ਦੇ ਵਿੱਚੋਂ, ਗੈਂਗਸ ਦੀਆਂ, ਡਰੱਗਸ ਦੀਆਂ, ਔਰ ਅਸੀਂ ਬੜੀ ਜਲਦੀ ਜਿਹੜਾ ਨਾ ਬਲੇਮ ਅਤੇ ਸ਼ੇਮ ਦੇ ਵਿੱਚ ਉਲਝ ਜਾਂਦੇ ਹਾਂ ਕਿ ਸਾਡੀ ਯੰਗ ਜਨਰੇਸ਼ਨ ਤਾਂ ਕੁਛ ਨਹੀਂ ਕਰ ਰਹੀ, ਕੁਛ ਨਵਾਂ ਨਹੀਂ ਕਰ ਰਹੀ। ਸਾਨੂੰ ਹਮੇਸ਼ਾ ਇਹ ਲੱਗਦਾ ਸਾਡੀ ਜਨਰੇਸ਼ਨ ਨੇ ਬਹੁਤ ਕੰਮ ਕੀਤਾ, ਸਾਡੀ ਨਵੀਂ ਜਨਰੇਸ਼ਨ ਨਹੀਂ ਕਰ ਰਹੀ। ਸਾਡੇ ਪੇਰੈਂਟਸ ਨੂੰ ਵੀ ਇਹੀ ਲੱਗਦਾ ਸੀ। ਪਰ ਜਦੋਂ ਤੁਹਾਡੇ ਵਰਗੇ ਬੱਚਿਆਂ ਨੂੰ ਦੇਖੀਦਾ ਉਦੋਂ ਖੁਸ਼ੀ ਵੀ ਹੁੰਦੀ ਹੈ, ਪ੍ਰਾਊਡ ਵੀ ਹੁੰਦਾ ਕਿ ਇੱਕ ਮੈਂ ਜੇ ਕਹਾਂ ਵੀ ਜਿਹੜੀਆਂ ਯੰਗ ਕੁੜੀਆਂ ਹੈ ਗੀਤਾਂਜਲੀ ਉਹਨਾਂ ਵਾਸਤੇ ਇੱਕ ਪਾਥ ਬਣਾ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੋਊਗੀ। ਜੇ ਆਪਾਂ ਗੱਲ ਸ਼ੁਰੂ ਕਰੀਏ ਕਿ ਬਹੁਤ ਸਾਰੇ ਲੇਬਲਸ ਜੈਨਜ਼ੀ ਦੇ ਉੱਤੇ ਲਗਾਏ ਜਾਂਦੇ ਹੈ ਨਾ, ਜਿਵੇਂ ਮੈਂ ਕਹਿ ਰਹੀ ਸੀ ਕਿ ਰਿਸਪੈਕਟ ਨਹੀਂ ਕਰਦੇ, ਕੰਮ ਲੇਜ਼ੀ ਹੈਗੇ ਹੈ, ਕੰਪਲੇਂਟਸ ਬਹੁਤ ਹੈਗੀਆਂ, ਡਿਸਲੋਇਲ ਹੈਗੇ ਆ। ਜਿਹੜੇ ਐਮਪਲੋਇਰਸ ਅਤੇ ਮੈਨੇਜਰ ਨੇ ਗੀਤਾਂਜਲੀ, ਜਦੋਂ ਉਹ ਜੈਨਜ਼ੀਜ਼ ਨੂੰ ਕੰਮ 'ਤੇ ਰੱਖਦੇ ਨੇ ਉਹ ਖੁਸ਼ ਨਹੀਂ ਹੁੰਦੇ ਕਈ ਵਾਰੀ। ਇਹਦਾ ਕੀ ਰੀਜ਼ਨ ਹੈ? ਆਈ ਥਿੰਕ ਉਹੀ ਜਿੱਦਾਂ ਆਪਾਂ ਗੱਲ ਕਰਦੇ ਸੀ ਪਹਿਲਾਂ ਕਿ ਇੰਟਰ ਜਨਰੇਸ਼ਨਲ ਇੱਕ ਗੈਪ ਸ਼ੁਰੂ ਹੋ ਗਿਆ ਆ ਕਿ ਇੱਕ ਤਾਂ ਜਿਹੜੇ ਜੈਨਜ਼ੀਜ਼ ਆ ਉਹਨਾਂ ਨੂੰ ਇਹ ਗੱਲ ਹੈ ਕਿ ਗਰੋਥ ਦੀ ਕਿ ਠੀਕ ਹੈ ਜੇ ਆਪਾਂ ਕੰਮ 'ਤੇ ਲੱਗਣਾ, ਆਈ ਨੀਡ ਟੂ ਸੀ ਗਰੋਥ। ਮੇ ਬੀ ਉਹ ਵੀ ਹੈ ਕਿ ਵੀਰ ਯੂਜ਼ ਟੂ ਵਰਕਿੰਗ ਕੋਵਿਡ ਸਾਰੇ ਐਵਰੀਵਨ ਵਾਜ਼ ਆਨਲਾਈਨ। ਸਾਡੇ ਕਈਆਂ ਦੀ ਡਿਗਰੀਜ਼ ਵੀ ਅੱਧੀਆਂ ਆਨਲਾਈਨ ਹੀ ਹੋਈਆਂ ਆ। ਆਪਾਂ ਯੂਜ਼ ਟੂ ਹੋ ਗਏ ਕਿ ਠੀਕ ਹੈ ਆਈ ਕੈਨ ਵਰਕ ਫਰੋਮ ਐਨੀਵੇਅਰ। ਅਤੇ ਕਈ ਜਿਹੜੇ ਹੁਣ ਸਾਡੇ ਮੈਨੇਜਰਸ ਜਾਂ ਗਾਂ ਸੁਪਰਵਾਈਜ਼ਰਸ ਆ ਉਹ ਥੋੜ੍ਹਾ ਆਈ ਗੈਸ ਗੈਪ ਹੋ ਜਾਂਦਾ ਵਿੱਚ ਕਿ ਯੂ ਸ਼ੁੱਡ ਬੀ ਇਨ ਆਫਿਸ, ਯੂ ਸ਼ੁੱਡ ਬੀ ਵਰਕਿੰਗ ਇਨ ਆਫਿਸ। ਪਰ ਸਾਨੂੰ ਹੁੰਦਾ ਕਿ ਇਜ਼ ਇਟ ਪ੍ਰੋਡਕਟਿਵਿਟੀ ਤੁਸੀਂ ਦੇਖਣੀ ਆ, ਮੈਂ ਕੰਮ ਤਾਂ ਜਿੱਥੇ ਮਰਜ਼ੀ ਕਰਾਂ, ਜੋ ਮਰਜ਼ੀ ਟਾਈਮ ਕਰਾਂ ਰੀਅਲੀ, ਕਿ ਇੱਦਾਂ ਨਹੀਂ ਕਿ ਇਟ ਹੈਜ਼ ਟੂ ਬੀ ਸਕੈਜੂਅਲ ਟਾਈਮਿੰਗ। ਤਾਂ ਉਹ ਥੋੜ੍ਹਾ ਆਈ ਥਿੰਕ ਸ਼ਿਫਟ ਵੀ ਹੋ ਗਿਆ ਸ਼ੁਰੂ ਕਿ ਸਾਡੇ ਐਕਸਪੈਕਟੇਸ਼ਨਸ ਤਾਂ ਜਿਹੜੇ ਸਾਡੇ ਮੈਨੇਜਰਸ ਐਂਡ ਸੁਪਰਵਾਈਜ਼ਰਸ ਦੇ ਐਕਸਪੈਕਟੇਸ਼ਨਸ ਉਹ ਫਰਕ ਹੋ ਗਿਆ। ਹਾਂ ਉਹੀ ਹੈ ਨਾ ਕਿ ਐਕਸਪੈਕਟੇਸ਼ਨਸ ਦੇ ਵੀ ਜਦੋਂ ਫਰਕ ਹੋ ਗਿਆ, ਜਿਵੇਂ ਤੁਸੀਂ ਕਿਹਾ ਕਿ ਫਿਰ ਜਦੋਂ ਇਹ ਕਹਿ ਦਿੱਤਾ ਜਾਂਦਾ ਵੀ ਬੜਾ ਡਿਫੀਕਲਟ ਹੈ ਨਾ ਲੋਕਾਂ ਦੇ ਨਾਲ ਕੰਮ ਕਰਨਾ, ਕਿਉਂਕਿ ਅਕਸਰ ਜਿਵੇਂ ਤੁਸੀਂ ਕਿਹਾ ਕਿ ਕੋਵਿਡ ਦੇ ਵਿੱਚ ਬਹੁਤਾ ਕੰਮ ਜਿਹੜਾ ਸੀ ਉਹ ਰਿਮੋਟ ਸ਼ੁਰੂ ਹੋ ਗਿਆ ਹੈ ਨਾ। ਲੇਕਿਨ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਸਾਡੇ ਤੋਂ ਵੱਡੀ ਜਨਰੇਸ਼ਨ ਹੈ, ਜਿਹੜੇ ਬੂਮਰਸ ਨੇ, ਉਹਨਾਂ ਨੂੰ ਇਹ ਰਿਮੋਟ ਵਰਕ ਵਾਲਾ ਕਨਸੈਪਟ ਨਹੀਂ ਪਤਾ ਹੈਗਾ। ਉਹਨਾਂ ਨੂੰ ਲੱਗਦਾ ਵੀ ਜੇ ਜੈਨਜ਼ੀਜ਼ ਘਰ ਬੈਠੇ ਨੇ ਕੁਛ ਨਹੀਂ ਕਰ ਰਹੇ। ਇਸ ਚੀਜ਼ ਨੂੰ ਫਿਰ ਕਿਵੇਂ ਬ੍ਰੇਕ ਕੀਤਾ ਜਾਵੇ? ਆਈ ਥਿੰਕ ਉਹੀ ਕਿ ਇੱਕ ਵਾਰੀ ਆਪਾਂ ਇੱਕ ਸਟੈਪ ਬੈਕ ਲੈ ਕੇ ਦੇਖੀਏ ਕਿ ਠੀਕ ਹੈ ਕੰਮ ਤਾਂ ਹੁੰਦਾ ਪਿਆ, ਕੰਮ ਕੋਈ ਤਾਂ ਕਰਦਾ ਪਿਆ ਆ। ਜੇ ਆਪਾਂ ਅਗੈਨ ਕੰਪਨੀਜ਼ ਚੱਲਦੀਆਂ ਆ, ਕੰਮ ਅੱਗੇ ਜਾਂਦਾ ਪਿਆ, ਈਮੇਲਸ ਪੇਜ ਹੁੰਦੀਆਂ ਪਈਆਂ, ਕਿ ਉਹ ਨਹੀਂ ਗੱਲ ਕਿ ਠੀਕ ਹੈ ਇੱਥੇ ਬਹਿ ਕੇ ਕੰਮ ਕਰਨਾ ਪੈਣਾ। ਕਿਉਂਕਿ
ਆ ਵੀ ਮੈਂ ਹੁਣ ਸੁਣਿਆ ਹੈ ਬਹੁਤ ਜਾਣਿਆ ਕੋਲੋਂ ਜੈਨ ਜ਼ੀ ਵੀ ਜਿਹੜੇ ਠੀਕ ਹੈ ਆਪਾਂ ਡਾਊਨਟਾਊਨ ਕੰਮ ਕਰਦੇ ਸੀ ਜਿਹੜਾ ਆਵਰ ਐਂਡ ਹਾਫ ਆਪਾਂ ਗੱਡੀ ਚਲਾਉਣਾ ਪਹੁੰਚਣ ਨੂੰ ਤਾਂ ਆਉਣ ਨੂੰ ਉਹ ਸਾਡਾ ਪ੍ਰੋਡਕਟਿਵਿਟੀ 'ਚ ਲੱਗ ਜਾਂਦਾ ਕਿ ਠੀਕ ਹੈ ਆਪਾਂ ਈਮੇਲ 7 ਵਜੇ ਹੁਣ ਸ਼ੁਰੂ ਕਰ ਲੈਂਦੇ ਹਾਂ ਜਾਂ ਲੈਪਟਾਪ ਖੋਲ ਕੇ ਆਪਾਂ ਬਹਿ ਸਕਦੇ ਹਾਂ ਸਵੇਰੇ ਸਵੇਰੇ ਰੈਡੀ ਹੋਣ ਦੀ ਉਹ ਸੇਮ ਗੱਲ ਨਹੀਂ ਆ ਪਰ ਆਈ ਡੂ ਅੰਡਰਸਟੈਂਡ ਕਿ ਕਈ ਅਗੇਨ ਇੰਡਸਟਰੀਜ਼ ਹੈਗੀਆਂ ਯੂ ਹੈਵ ਟੂ ਬੀ ਦੇਅਰ ਉਹ ਤੋਂ I can't argue too much. ਪਰ ਉਹ ਹੀ ਹੈ ਕਿ ਆਪਾਂ ਸਟੈਪ ਬੈਕ ਕਰਕੇ ਦੇਖੀਏ ਕਿ ਐਡਵਾਂਟੇਜ ਕੀ ਹੈ ਇੱਦਾਂ ਦੇ ਕੰਮ ਤੋਂ ਐਜ਼ ਅ ਜੈਨਜ਼ੀ ਤੁਸੀਂ ਆਪ ਹੈਗੇ ਹੋ ਤੁਸੀਂ ਜੈਨਜ਼ੀਜ਼ ਨਾਲ ਕੰਮ ਵੀ ਕਰ ਰਹੇ ਹੋਗੇ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਉਹ ਵੀ ਜੈਨਜ਼ੀਜ਼ ਹੈਗੇ ਹੈ ਕੀ ਲੱਗਦਾ ਹੈ ਗੀਤਾਂਜਲੀ ਸੱਚਮੁੱਚ ਡਿਫਿਕਲਟ ਟੂ ਵਰਕ ਹੈਗੇ ਹੈ ਜੈਨਜ਼ੀਜ਼ ਕਿ ਇੱਕ ਇਹ ਮਿਸਅੰਡਰਸਟੈਂਡਿੰਗ ਹੈ ਆਈ ਥਿੰਕ ਮਿਸਅੰਡਰਸਟੈਂਡਿੰਗ ਵੀ ਹੈਗੀ ਐਂਡ ਆਲਸੋ ਜੈਨਜ਼ੀਜ਼ ਜਿਹੜੇ ਅੱਜ ਕੱਲ੍ਹ ਦੇ ਆਪਾਂ ਨਿਆਣੇ ਆ ਸਪੈਸ਼ਲੀ ਕਿ ਮੈਂ ਕਦੀ ਨਹੀਂ ਕਹੂੰਗੀ ਕਿ ਯੋਰ ਜਨਰੇਸ਼ਨ ਸਾਡੀ ਪੇਰੈਂਟਸ ਦੀ ਜਨਰੇਸ਼ਨ ਨੇ ਹਾਰਡ ਵਰਕ ਨਹੀਂ ਕੀਤਾ ਕਿਉਂਕਿ ਮੈਜੋਰਿਟੀ ਆਪਾਂ ਆਉਂਦੇ ਆ ਫਰਮ ਇਮੀਗ੍ਰੈਂਟ ਫੈਮਲੀਜ਼ ਜਿਨ੍ਹਾਂ ਦੀ ਆਪਾਂ ਜੈਨਜ਼ੀ ਜੇ ਇੱਥੇ ਗੱਲ ਕਰੀਏ ਸਪੈਸ਼ਲੀ ਇਮੀਗ੍ਰੈਂਟ ਫੈਮਲੀਜ਼ ਤੋਂ ਆਉਂਦੇ ਆ ਐਂਡ ਯੂ ਗਾਈਜ਼ ਹੈਡ ਟੂ ਵਰਕ ਟੂ ਸਰਵਾਈਵ ਡਿਫਰੈਂਟ ਸੀ ਉਹ ਗੱਲ ਕੀ ਜਿੱਦਾਂ ਤੁਸੀਂ ਕੰਮ ਕੀਤਾ ਸੱਚੀ ਦੱਸਾਂ ਆਈ ਡੋਂਟ ਇਵਨ ਉਹ ਮੈਂ ਇੱਕ ਗੱਲ ਮੰਨਦੀ ਆ ਆਈ ਡੋਂਟ ਨੋ ਇਫ ਆਈ ਕੁਡ ਵਰਕ ਲਾਈਕ ਦੈਟ ਪਰ ਉਹ ਡਿਫਰੈਂਸ ਹੋ ਗਈ ਕਿ ਆਪਾਂ ਸਰਵਾਈਵਲ 'ਚ ਨਹੀਂ ਕੰਮ ਕਰਦੇ ਆਪਾਂ ਕੋਲ ਇੱਕ ਸਪੋਰਟ ਸਿਸਟਮ ਹੈਗਾ ਆ ਸਾਨੂੰ ਪਤਾ ਕਿ ਇਫ ਐਨੀਥਿੰਗ ਐਵਰ ਗੋਜ਼ ਰੋਂਗ ਪਿੱਛੇ ਸਪੋਰਟ ਹੈਗੀ ਆ ਜੇ 1-2 ਮੰਥ ਮੈਂ ਕੰਮ ਨਹੀਂ ਕੀਤਾ ਕੋਈ ਗੱਲ ਨਹੀਂ ਰੈਂਟ ਪੇ ਹੋ ਜਾਣਾ ਘਰ ਹੈਗਾ ਆ ਫੂਡ ਹੈਗਾ ਆ ਐਂਡ ਉਸ ਕਰਕੇ ਆਈ ਥਿੰਕ ਆਪਾਂ ਡਿਮਾਂਡ ਵੀ ਥੋੜ੍ਹਾ ਜ਼ਿਆਦਾ ਕਰ ਸਕਦੇ ਹਾਂ ਤਾਂ ਆਪਾਂ ਡਿਸਰਿਸਪੈਕਟ ਵੀ ਨਹੀਂ ਲੈਂਦੇ ਉਹੀ ਗੱਲ ਜਿਹੜੀ ਸੀ ਪਹਿਲਾਂ ਓਨੈਸਟੀ ਦੀ ਕੀਤੀ ਸੀ ਕਿ ਜੇ ਸਾਨੂੰ ਕੁਝ ਚੰਗਾ ਨਹੀਂ ਲੱਗਦਾ ਆਪਾਂ ਕਹਿ ਦੇਣਾ ਆ ਦੈਟਸ ਅ ਡਿਫਰੈਂਸ ਟੂ ਬਿਲਕੁਲ ਓਪਨ ਨੇ ਆਪਣੀ ਗੱਲ ਕਹਿਣ ਲਈ ਹੈ ਨਾ ਕਮਿਊਨਿਟੀ ਕਲਚਰ ਜਾਂ ਵਰਕ ਕਲਚਰ ਬਹੁਤ ਛੇਤੀ ਆਈ ਥਿੰਕ ਥੋੜ੍ਹਾ ਟੌਕਸਿਕ ਹੋ ਜਾਂਦਾ ਆ ਕਿ ਗੱਲ ਨਾ ਕਵੋ ਜਾਂ ਆ ਨਾ ਕਰੋ ਐਨ ਉਹ ਕਰਦੇ ਕਰਦੇ ਫਿਰ ਯੂ ਸਟਾਰਟ ਹੇਟਿੰਗ ਯਰ ਜੌਬ ਫਿਰ ਉਹ ਇਹ ਕਿ ਸਾਇਲੈਂਟ ਕੁਇਟਿੰਗ ਆ ਹੋ ਗਿਆ ਉਹ ਥਿਨ ਲਾਈਨ ਆ ਕਿ ਠੀਕ ਹੈ ਜੇ ਆਪਾਂ ਕੰਪਨੀ ਨਾਲ ਰਹਿਣਾ ਹੈ ਵੀਰ ਗੋਇੰ ਟੂ ਬੀ ਓਨੈਸਟ ਐਂਡ ਓਪਨ ਤਾਂ ਆਈ ਥਿੰਕ ਕਈ ਜਣਿਆਂ ਨੂੰ ਉਹ ਡਿਫਿਕਲਟ ਲੱਗਦਾ ਕਿ ਤੁਸੀਂ ਮੈਂ ਤਾਂ ਦਾ ਮੈਨੇਜਰ ਹਾਂ ਤੁਸੀਂ ਮੈਨੂੰ ਸੁਣਦੇ ਕਾਤੇ ਨਹੀਂ ਆ ਵਰਸਸ ਵੀ ਵਰ ਬ੍ਰੌਟ ਅਪ ਇਨ ਅ ਟਾਈਮ ਆਫ ਕੋਲੈਬੋਰੇਸ਼ਨ ਆਈ ਥਿੰਕ ਸਕੂਲ ਯੂਨੀਵਰਸਿਟੀ ਉਹ ਹੀ ਸਿਖਾਉਂਦੇ ਕਿ ਹਾਊ ਕੈਨ ਵੀ ਮੇਕ ਆਈਡੀਆਜ਼ ਬੈਟਰ ਤੁਸੀਂ ਆਪਣਾ ਓਪੀਨੀਅਨ ਦੇਵੋ ਤਾਂ ਦੂਜੇ ਪਰਸਨ ਦਾ ਓਪੀਨੀਅਨ ਸੁਣੋ ਤਾਂ ਕੋਈ ਕੋਲੈਬੋਰੇਸ਼ਨ ਕਰੋ ਪਰ ਜਿਹੜੀ ਪਹਿਲੀ ਜਨਰੇਸ਼ਨ ਆਈ ਥਿੰਕ ਆਪਾਂ ਯੂਜ਼ਡ ਟੂ ਆ ਕਿ ਜੇ ਆਪਾਂ ਕਿਹਾ ਤਾਂ ਕਰਨਾ ਹੀ ਪੈਣਾ ਯੈਸ ਉਹੀ ਮੈਂ ਗੱਲ ਕਹਿਣ ਲੱਗੀ ਸੀ ਕਿ ਜਿਹੜੇ ਵੱਡੀ ਜਨਰੇਸ਼ਨ ਹੈ ਬੂਮਰਸ ਹੈਗੇ ਆ ਉਹਨਾਂ ਨੇ ਕਦੇ ਇਹ ਨਹੀਂ ਦੇਖਿਆ ਗੀਤਾਂਜਲੀ ਕਿ ਜਿਹੜੇ ਉਹਨਾਂ ਦੇ ਇੰਪਲੋਈਜ਼ ਨੇ ਉਹਨਾਂ ਦੇ ਜਿਹੜੇ ਅੰਡਰ ਕੰਮ ਕਰ ਰਹੇ ਨੇ ਉਹ ਕਦੇ ਉਹਨਾਂ ਨੂੰ ਨੋ ਕਹਿਣ ਲੇਕਿਨ ਜੈਨਜ਼ੀਜ਼ ਨੋ ਕਹਿ ਦਿੰਦੇ ਰਾਈਟ ਸਾਫ਼ ਕਹਿ ਦਿੰਦੇ ਤੁਹਾਡੇ ਮੂੰਹ ਤੇ ਕਹਿ ਦਿੰਦੇ ਆ ਸ਼ਾਇਦ ਇਹ ਗੱਲ ਨਹੀਂ ਪਸੰਦ ਆ ਰਹੀ ਬੂਮਰਸ ਨੂੰ ਆਈ ਥਿੰਕ ਸੋ ਐਂਡ ਆਲਸੋ ਉਹ ਵੀ ਇੱਕ ਗੱਲ ਹੈਗੀ ਕਿ ਮੇਬੀ ਆਪਾਂ ਇੰਨੇ ਪੋਲੀਟਿਕਲੀ ਸਾਊਂਡ ਵੀ ਨਹੀਂ ਹੈਗੀ ਇਨ ਦ ਸੈਂਸ ਕਿ ਕਿੱਦਾਂ ਨੋ ਕਹਿਣੀ ਰਾਈਟ ਜੇ ਸਾਨੂੰ ਕੁਝ ਨਹੀਂ ਚੰਗਾ ਲੱਗਾ ਆਪਾਂ ਸਿੱਧਾ ਕਹਿ ਦਿੰਦੇ ਕਿ I didn't like that ਮੈਂ ਇੱਦਾਂ ਨਹੀਂ ਕੰਮ ਕਰਨਾ ਰਾਈਟ ਵਰਸਸ ਆਈ ਥਿੰਕ ਉਹ ਵੀ ਹੁੰਦਾ ਕਿ ਠੀਕ ਹੈ ਕਿੱਦਾਂ ਬੂਮਰਸ ਨਾਲ ਗੱਲ ਕਰਨਾ ਉਹ ਥੋੜ੍ਹੀ ਜਿਹੀ ਅਗੇਨ ਕੋਵਿਡ ਕਰਕੇ ਆਈ ਥਿੰਕ ਉਹ ਗੈਪ ਹੋ ਗਿਆ ਕਿ ਇੰਟਰੋਡਕਸ਼ਨ ਈਅਰਸ ਜਿਹੜੇ ਕੰਮ ਦੇ ਹੁੰਦੇ ਆ ਉਹ ਸਿੱਖਣ ਦੇ ਹੁੰਦੇ ਆ ਬਿਲਕੁਲ ਤਾਂ ਉਹ ਕਈਆਂ ਨੇ 2 ਸਾਲ ਬਿਲਕੁਲ ਹੀ ਲੂਜ਼ ਕਰ ਦਿੱਤੇ ਸੋ ਗੋਇੰਗ ਇਨਟੂ ਅ ਰੀਅਲ ਜੌਬ ਆਫਟਰ ਨਾਟ ਹੈਵਿੰਗ ਐਂਟਰੀ ਰੋਲਸ ਉਹ ਵੀ ਕਿ ਬੂਮਰਸ ਨਾਲ ਗੱਲ ਕਿੱਦਾਂ ਕਰਨੀ ਜਾਂ ਮਿਲੇਨੀਅਲਸ ਨਾਲ ਗੱਲ ਕਿੱਦਾਂ ਕਰਨੀ ਆ ਉਸ ਕਰਕੇ ਆਈ ਥਿੰਕ ਥੋੜ੍ਹਾ ਜਿਹਾ ਉਹ ਡਿਫਿਕਲਟ ਲੱਗਦਾ ਕਿ ਇੰਨੇ ਆਪਾਂ ਬਲੰਟ ਆ ਬਿਲਕੁਲ ਔਰ ਇਹ ਨਹੀਂ ਹੈਗਾ ਕਿ ਇੱਥੇ ਬੂਮਰਸ ਰੋਂਗ ਨੇ ਜਾਂ ਜੈਨਜ਼ੀਜ਼ ਸਹੀ ਨੇ ਉਹ ਬੂਮਰਸ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਕੰਮ ਕੀਤਾ ਉਹਨਾਂ ਲਈ ਪ੍ਰੋਫੈਸ਼ਨਲਿਜ਼ਮ ਜਿਹੜਾ ਹੈਗਾ ਉਹ ਡਿਫਰੈਂਟ ਹੈ ਉਹ ਕੰਟਰੋਲ ਤੇ ਪਾਵਰ ਦੇ ਵਿੱਚ ਕੰਮ ਕਰਦੇ ਨੇ ਸ਼ਾਇਦ ਜੈਨਜ਼ੀਜ਼ ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜਨਰੇਸ਼ਨ ਰੋਂਗ ਹੁੰਦੀ ਹੈ ਉਹ ਆਪਣੀ ਜਗ੍ਹਾ ਸਹੀ ਨੇ ਤੁਸੀਂ ਆਪਣੀ ਜਗ੍ਹਾ ਸਹੀ ਹੋ ਲੇਕਿਨ ਜ਼ਰੂਰਤ ਇੱਕ ਬੈਲੈਂਸ ਬਣਾਉਣ ਦੀ ਹੈ ਕਿ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਕੇ ਬੈਲੈਂਸ ਕਿਵੇਂ ਬਣਾਇਆ ਜਾਵੇ ਗੀਤਾਂਜਲੀ ਸ਼ਰਮਾ ਅੱਜ ਮੇਰੇ ਨਾਲ ਨੇ ਜੀ ਤੇ ਟਾਈਮਜ਼ ਆਫ ਕੈਨੇਡਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੈਨਜ਼ੀਜ਼ ਬਾਰੇ ਬਲਕਿ ਜਿਹੜੀ ਗੱਲ ਕੀਤੀ ਹੈ ਮੈਨੂੰ ਲੱਗਦਾ ਤੁਸੀਂ ਜੇ ਇਹਨੂੰ ਅਸੀਂ ਵਰਕ ਪਲੇਸ ਦੀ ਗੱਲ ਕਰ ਰਹੇ ਹਾਂ ਬਲਕਿ ਜੇ ਤੁਸੀਂ ਇਸ ਗੱਲ ਨੂੰ ਆਪਣੇ ਘਰ 'ਚ ਵੀ ਲੈ ਕੇ ਜਾਂਦੇ ਹੋ ਨਾ ਤੁਹਾਨੂੰ ਲੱਗਦਾ ਹੈ ਕਿ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ ਵੀ ਬੱਚੇ ਰਿਸਪੈਕਟ ਨਹੀਂ ਕਰਦੇ ਪੇਰੈਂਟਸ ਦੀ ਬੱਚੇ ਬੜੀ ਜਲਦੀ ਨਾ ਕਰ ਦਿੰਦੇ ਨੇ ਮੈਨੂੰ ਇਹ ਲੱਗਦਾ ਜੇ ਮੈਂ ਇਹਨੂੰ ਪੋਜ਼ਿਟਿਵ ਨੋਟ ਤੇ ਗੀਤਾਂਜਲੀ ਦੇਖਾਂ ਕਿ ਬੱਚੇ ਓਨੈਸਟ ਨੇ ਉਹਨਾਂ ਨੂੰ ਜੇ ਫੋਰ ਐਗਜ਼ਾਮਪਲ ਬੜੀ ਛੋਟੀ ਜਿਹੀ ਐਗਜ਼ਾਮਪਲ ਦੇ ਰਹੀ ਹਾਂ ਮੈਂ ਆਪਣੇ ਬੱਚੀ ਲਈ ਕੋਈ ਡਿਸ਼ ਬਣਾਈ ਮੈਂ ਬਹੁਤ ਮਿਹਨਤ ਕਰਕੇ ਬਣਾਈ ਤੇ ਮੈਂ ਐਕਸਪੈਕਟ ਕਰ ਰਹੀ ਹਾਂ ਉਹਨੇ ਖਾ ਕੇ ਕਹਿਣਾ ਵਾਓ ਕਿੰਨੀ ਸਵਾਦ ਬਣਾਈ ਹੈ ਲੇਕਿਨ ਜਦੋਂ ਮੈਂ ਉਹਨੂੰ ਪੁੱਛਣਾ ਉਹਨੇ ਕਹਿਣਾ ਮੈਨੂੰ ਸਵਾਦ ਨਹੀਂ ਲੱਗੀ ਹੈ ਨਾ ਤੇ ਮੈਨੂੰ ਲੱਗਦਾ ਕਿ ਇਹਨੇ ਮੈਨੂੰ ਕਿਉਂ ਜਵਾਬ ਦਿੱਤਾ ਪਰ ਜਦੋਂ ਮੈਂ ਉਹ ਗੱਲ ਆਪਣੀ ਬੇਟੀ ਨੂੰ ਪੁੱਛਦੀ ਹਾਂ ਜਾਂ ਆਪਣੇ ਬੱਚੇ ਨੂੰ ਪੁੱਛਦੀ ਹਾਂ ਉਹ ਕਹਿੰਦੇ ਮਮ ਆਈ ਐਮ ਓਨੈਸਟ ਮੈਨੂੰ ਨਹੀਂ ਅੱਛੀ ਲੱਗੀ ਸੋ ਮੈਂ ਕਹਿ ਦਿੱਤਾ ਤੁਹਾਨੂੰ ਮੇਰਾ ਮਕਸਦ ਤੁਹਾਨੂੰ ਹਰਟ ਕਰਨਾ ਨਹੀਂ ਸੀਗਾ ਇਹੀ ਚੀਜ਼ ਵਰਕ ਪਲੇਸ ਤੇ ਹੁੰਦੀ ਹੈ ਕਿ ਜਦੋਂ ਜੈਨਜ਼ੀਜ਼ ਨੋ ਕਹਿ ਦਿੰਦੇ ਆ ਤਾਂ ਸ਼ਾਇਦ ਅਸੀਂ ਲੋਕ ਅੰਡਰਸਟੈਂਡ ਨਹੀਂ ਕਰਦੇ ਵੀ ਉਸ ਨੋ ਦੇ ਪਿੱਛੇ ਰੀਜ਼ਨ ਕੀ ਹੈਗਾ ਰਾਈਟ ਇੱਕ ਉਹ ਵੀ ਗੱਲ ਐਂਡ ਆਈ ਥਿੰਕ ਬਾਉਂਡਰੀਜ਼ ਬਹੁਤ ਡਿਫਰੈਂਟ ਚੀਜ਼ ਹੈ ਟੂ ਕਿਉਂਕਿ ਹੁਣ ਤੁਸੀਂ ਸੋਚੋ ਕਿ ਅਗੇਨ ਯੂ ਐਂਡ ਡਾਟਰ ਫੋਰ ਐਗਜ਼ਾਮਪਲ ਮੈਂ ਤਾਂ ਮੰਮੀ ਦੀ ਸੇਮ ਗੱਲ ਆਪਾਂ ਕਰ ਲੈਂਦੇ ਹਾਂ ਕਿ ਆਈ ਥਿੰਕ ਜਿਹੜੀ ਜਨਰੇਸ਼ਨ ਮਿਲੇਨੀਅਲਸ ਬੂਮਰ ਸੀ
ਉਹਨਾਂ ਕੋਲ ਇੰਨੀ ਓਪਰਚੁਨਿਟੀਜ਼ ਨਹੀਂ ਸੀਗੀਆਂ ਟੂ ਸੈਟ ਬਾਉਂਡਰੀਜ਼ Yeah. ਕਿ ਦਿਸ ਇਜ਼ ਮਾਈ ਵਰਕਿੰਗ ਆਵਰਸ ਮੈਂ ਆਹੀ ਕਰਨਾ ਕਿਉਂਕਿ ਉਹੀ ਸਿਕਿਉਰਿਟੀ ਨਹੀਂ ਸੀਗੀ ਇਨ ਦ ਸੇਮ ਵੇ ਸੋ ਜੇ ਹੁਣ ਮੈਂ ਗੱਲ ਕਰਾਂ ਈਵਨ ਕਰਦੀ ਔਰ ਪੇਰੈਂਟਸ Yeah. ਬੂਮਰਸ ਐਂਡ ਮਿਲੇਨੀਅਲਸ ਤੁਸੀਂ ਸਿਖਾਇਆ ਸਾਨੂੰ ਕਿ ਯੂ نو ਤੁਹਾਡੇ ਵੀ ਹੱਕ ਹੈਗੇ ਯੂ ਆਰ ਅਲਾਉਡ ਟੂ ਡੂ ਦਿਸ ਤਾਂ ਉਹੀ ਜਿਹੜੀਆਂ ਚੀਜ਼ਾਂ ਸਿਖਾਈਆਂ ਆ ਆਈ ਥਿੰਕ ਇਟਸ ਹਾਰਡ ਕਿ ਕੋਈ ਤੁਹਾਡੇ ਨਾਲ ਇੱਦਾਂ ਬਾਉਂਡਰੀਜ਼ ਬਣਾਵੇ ਮੁੜ ਕੇ but it's all things we learned from you guys Yes. ਇੱਦਾਂ ਕਰੋ and I just think when it's showing up in the workplace ਉਦੋਂ ਥੋੜ੍ਹੀਆਂ different ਲੱਗ ਰਹੀਆਂ। swallow ਕਰਨਾ ਥੋੜਾ ਡਿਫਰੈਂਟ ਲੱਗਦਾ ਕਿ ਠੀਕ ਹਾਂ ਹੈ ਡਾਈਜੈਸ਼ਨ ਥੋੜੀ ਔਖੀ ਹੋ ਗਈ ਹੈ ਹੈ ਗੀਤਾਂਜਲੀ ਜੈਨਜ਼ੀਜ਼ ਹਮੇਸ਼ਾ ਟਰਾਂਸਪੇਰੈਂਸੀ ਦੀ ਗੱਲ ਕਰਦੇ ਆ ਫੇਅਰ ਟਰੀਟਮੈਂਟ ਉਹਨਾਂ ਨੂੰ ਹਰ ਜਗ੍ਹਾ ਚਾਹੀਦਾ ਕਲੀਅਰ ਬਾਉਂਡਰੀਜ਼ ਚਾਹੀਦੀਆਂ ਨੇ ਪਰ ਜੇ ਅਸੀਂ 올ਡ ਮੈਨੇਜਰਸ ਦੀ ਗੱਲ ਕਰਦੇ ਆ ਜਿਹੜੇ ਬੂਮਰਸ ਹੈਗੇ ਆ ਉਹ ਬੜੇ ਅਨਕੰਫਰਟੇਬਲ ਹੋ ਜਾਂਦੇ ਆ ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਉਹ ਜਿਹੜੇ ਮਾਹੌਲ ਦੇ ਵਿੱਚ ਸ਼ਾਇਦ ਗਰੋ ਹੋਏ ਹੈ ਉੱਥੇ ਬਹੁਤ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਸੀਗਾ ਉੱਥੇ ਕੰਟਰੋਲ ਸੀ ਉੱਥੇ ਪਾਵਰ ਸੀ ਉਹਨਾਂ ਨੂੰ ਯੈਸ ਸਰ ਕਹਿਣਾ ਸਿਖਾਇਆ ਜਾਂਦਾ ਸੀਗਾ ਦੂਸਰੀ ਗੱਲ ਜਿਹੜੇ ਜੈਨਜ਼ੀਜ਼ ਨੇ ਮੈਂਟਲ ਹੈਲਥ ਨੂੰ ਲੈ ਕੇ ਬਹੁਤ ਓਪਨ ਨੇ ਜਦੋਂ ਕਿ ਜੇ ਥੋੜੇ ਸਾਲ ਪਿੱਛੇ ਜਾਈਏ ਇਸ ਚੀਜ਼ ਬਾਰੇ ਗੱਲ ਕਰਨਾ ਵੀ ਸਟਿਗਮਾ ਸੀਗਾ ਇਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ ਸੀ ਪਰ ਅੱਜ ਜੈਨਜ਼ੀਜ਼ ਜਿਹੜੇ ਨੇ ਹਰ ਚੀਜ਼ ਬਾਰੇ ਜਿਹੜੀ ਗੱਲ ਹੈ ਉਹ ਕਲੀਅਰਲੀ ਕਰ ਸਕਦੇ ਨੇ ਕੀ ਕਲੈਸ਼ ਦਾ ਕਾਰਨ ਇਹੀ ਹੈ ਫਿਰ ਦੋਨਾਂ ਦੇ ਵਿੱਚ ਆਈ ਥਿੰਕ ਇੱਕ ਪਾਰਟ ਤਾਂ ਹੈਗਾ ਹੈ ਕਿ ਆਪਾਂ really ਹੁਣ right now ਸਿੱਖਦੇ ਪਏ ਆਈ ਥਿੰਕ ਜੈਨ ਜ਼ੀਜ਼ ਮਿਲੇਨੀਅਲ ਬੂਮਰਸ ਨਾ ਕਿ ਆਪਾਂ ਮਿਡਲ 'ਚ ਕਿੱਦਾਂ ਮਿਲਣਾ ਇਹ ਸਭ ਤੋਂ ਔਖੀ ਹੋਈ ਗੱਲ ਹੈ ਕਿ ਅਗੇਨ ਸਟਿਗਮਾ ਦੀ ਹੁਣ ਸਾਨੂੰ ਪਤਾ ਆਪਾਂ ਦੇਖਿਆ ਹੈ ਜਿਹੜੇ ਸਾਡੇ ਤੋਂ ਪਹਿਲਾਂ ਆਏ ਆ ਉਹਨਾਂ ਨੇ ਓਨੈਸਟਲੀ ਕਿੰਨਾ ਸਾਇਲੈਂਟਲੀ ਸਫਰ ਕੀਤਾ ਆ ਕਿ ਠੀਕ ਹੈ ਕੰਮ ਤਾਂ ਕਰਨਾ ਹੀ ਪੈਣਾ ਮਨੀ ਤਾਂ ਬਣਾਉਣੀ ਪੈਣੀ ਆ ਕਿ ਆਪਣੇ ਬਾਰੇ ਨਹੀਂ ਕਦੀ ਸੋਚਿਆ ਸੋ ਆਈ ਥਿੰਕ ਦੇਖ ਕੇ ਜੈਨ ਜ਼ੀ ਸਪੈਸ਼ਲੀ ਸਾਨੂੰ ਪਤਾ ਕਿ ਇੱਦਾਂ ਲਾਈਫ ਨਹੀਂ ਆਪਾਂ ਜੀ ਸਕਦੇ ਆਪਾਂ ਦੇਖਿਆ ਆ ਕਿ ਕਿੰਨੀ ਔਖੀ not even okay but it was hard like generation ਜਿਹਨਾਂ ਨੇ ਹੁਣ ਇੰਨਾ ਬਣਾਇਆ ਕਿ ਆਪਾਂ ਇੱਦਾਂ ਰਹਿ ਸਕਦੇ ਹਾਂ we can take our breaks we can get an education ਉਹਨਾਂ ਨੇ ਇੰਨਾ ਕੰਮ ਕੀਤਾ ਕਿ we don't want to do the same thing we're learning from the mistakes ਇਸ ਕਰਕੇ I think boundaries are huge mental health ਵੀ ਹੁਣ ਆਪਾਂ ਖੁੱਲ ਕੇ ਗੱਲ ਕਰਦੇ ਹਾਂ ਕਿ if I'm feeling depressed or this upset me ਕਿ ਮੈਨੂੰ emotional support ਇੱਥੇ ਚਾਹੀਦਾ ਨਾਲ ਜਾਂ ਕੋਈ meeting ਬਹੁਤ ਬੁਰੀ ਗਈ you want your manager to say it's okay ਆਪਾਂ ਇਕੱਠੇ as a team ਆਪਾਂ ਕੰਮ ਕਰਨਾ But I think ਜਿਹੜੀ again professionalism ਹੁੰਦੀ ਸੀ ਕਿ even if you had the worst day of your life ਆਪਾਂ ਕੁਝ ਕਹਿਣਾ ਨਹੀਂ ਹੈ ਕਿ ਕੰਮ ਤੇ ਜਾਣਾ ਕਿ ROI ਮੇਰਾ end of the day ਜੇ ਆ deliverable ਆ ਕਰਨਾ ਹੀ ਪੈਣਾ yes ਇਦਾਂ ਨਹੀਂ ਕਿ ਬ੍ਰੇਕ ਲੈ ਕੇ ਠੀਕ ਹੈ ਲੇਟਰ ਕਰ ਲਿਆ ਜਦੋਂ ਜੈਨਜ਼ੀ ਸੋਚਦਾ ਕਿ ਓਕੇ ਹੁਣ 9 to 5 ਮੇਰੀ ਸ਼ਿਫਟ ਸੀ that's okay ਮੈਂ ਬ੍ਰੇਕ ਲੈ ਲਿਆ I feel better ਤਾਂ ਹੁਣ ਮੈਂ 6-7 o'clock ਤੱਕ ਲੇਟਰ ਕੰਮ ਕਰ ਲੂੰਗੀ ਜਾਂ ਕਰੋ ਕੰਮ ਕਰ ਲੂੰਗੀ ਪਰ ਉਹ ਚੀਜ਼ਾਂ ਦਿਸਦੀਆਂ ਨਹੀਂ ਆ to an average manager supervisor ਕਿ ਕੰਮ ਹੁੰਦਾ ਪਿਆ ਪਰ behind scenes So I think the big divide is ਕਿ even Gen Z, ਮੈਂ honestly being a Gen Z, I think ਮੈਂ ਕਹਿ ਵੀ ਸਕਦੀ ਕਿ ਆਪਾਂ ਨਹੀਂ ਸੋਚਦੇ ਕਿ ਠੀਕ ਹੈ ਸਾਡੇ boomer ਜਾਂ millennials ਸੋਚਦੇ ਕਿੱਦਾਂ ਆ ਆਪਾਂ ਵੀ ਕਿੰਨੇ know our ways right and I think boomers and millennials ਇੰਨੇ ਸਾਲ ਉਹਨਾਂ ਨੇ business ਚਲਾਇਆ ਹੀ ਆ so in their own sense ਉਹ ਵੀ right ਆ ਕਿ the way we thought ਆਪਾਂ business ਇੱਥੇ ਤੱਕ ਲੈ ਕੇ ਆਏ ਆ so ਸਾਨੂੰ ਕਾਤੇ understand ਕਰਨ ਦੀ ਲੋੜ ਆ same way Gen Z says well ਆਪਾਂ ਆ ਦੇਖਿਆ ਹੈ so ਸਾਨੂੰ ਕਾਤੇ understand ਕਰਨ ਦੀ ਲੋੜ ਆ clash ਦਾ reason ਬਣ ਜਾਂਦਾ I think ਉਹੀ clash ਦਾ reason ਆ ਅੱਛਾ ਬਹੁਤ ਚੀਜ਼ਾਂ ਨਾ ਵਾਇਰਲ ਹੁੰਦੀਆਂ ਅੱਜ ਕੱਲ੍ਹ ਆਨਲਾਈਨ ਤੁਹਾਡੇ ਬਾਰੇ ਦੇ ਵਿੱਚ ਜੈਨਜ਼ੀਜ਼ ਦੇ ਬਾਰੇ ਦੇ ਵਿੱਚ ਜੈਨਜ਼ੀ ਡੈਥ ਸਟੇਅਰ ਹੈਗਾ ਕੁਆਇਟ ਕੁਇਟਿੰਗ ਹੈਗਾ ਵੀ ਕੰਮ ਤੇ ਗਏ 2 ਦਿਨਾਂ ਬਾਅਦ ਕੰਮ ਤੇ ਆਏ ਹੀ ਨਹੀਂ ਕੁਇਟ ਹੀ ਕਰਤਾ ਕੁਛ ਨਹੀਂ ਦੱਸਿਆ ਕੁਛ ਨੋਟਿਸ ਨਹੀਂ ਦਿੱਤਾ ਐਂਡ ਸੇਮ ਐਜ਼ ਡੈਥ ਸਟੇਅਰ ਜਿਹੜੀ ਹੈਗੀ ਹੈ ਗੀਤਾਂਜਲੀ ਤੁਹਾਨੂੰ ਕੀ ਲੱਗਦਾ ਹੈ ਸੱਚੀ ਇਹ ਵਰਕ ਪਲੇਸ ਇਸ਼ੂਜ਼ ਹੈਗੇ ਆ ਜਾਂ ਫਿਰ ਇਹ ਸੋਸ਼ਲ ਮੀਡੀਆ ਓਵਰ ਰਿਐਕਟ ਕਰ ਰਿਹਾ ਸੱਚੀ ਦੱਸਾਂ ਮੈਂ ਕਹਿਣਾ 50-50 ਅੱਧਾ ਤਾਂ ਹੈਗਾ ਆਈ ਥਿੰਕ ਕਿ ਜੈਨ ਜ਼ੀ ਉਹੀ ਓਨੈਸਟੀ ਐਂਡ ਟਰਾਂਸਪੇਰੈਂਸੀ ਦੀ ਗੱਲ ਵਿੱਚ we're working on it ਕਿਉਂਕਿ I think ਹੁਣ even myself ਮੈਂ ਕਹਿ ਸਕਦੀ ਕਿ grew up in a media family so ਮੈਨੂੰ ਸ਼ੁਰੂ ਤੋਂ ਥੋੜਾ ਜਿਹਾ ਪਤਾ ਸੀ ਠੀਕ ਆ ਕਿ ਜੇ ਮੀਟਿੰਗ ਚ ਜਾਂ ਕਿਸੇ ਨਾਲ ਮਿਲੇ ਆ maybe you don't love the energy ਕਿ ਇੰਨਾ ਬਣਿਆ ਨਹੀਂ ਪਰ ਆਪਾਂ ਕਹਿਣਾ ਨਹੀਂ ਕਿਉਂਕਿ business is business at the end of the day ਜਾਂ ਆਪਾਂ ਕਿਸੇ ਦੀ feeling ਕਾਤੇ hurt ਕਰਨੀ for no reason but I think Gen Z ਦੀ ਉਹੀ ਗੱਲ ਹੈ ਕਿ we're so transparent ਕਿ ਸਾਡੇ ਮੂੰਹ ਤੇ ਪਤਾ ਲੱਗ ਜਾਂਦਾ ਸਾਨੂੰ ਮੀਟਿੰਗ ਨਹੀਂ ਪਸੰਦ ਆਈ ਆ ਨਹੀਂ ਪਸੰਦ ਆਇਆ ਸਾਡੇ ਸਾਫ਼ ਪਤਾ ਲੱਗ ਜਾਣਾ ਕਿ ਸਾਡੀ agreement ਨਹੀਂ ਹੈਗੀ so I want to say ਕਿ ਥੋੜਾ ਜਿਹਾ ਉੱਥੇ ਵੀ I think truth ਹੈਗਾ ਕਿ online social media ਜ਼ਿਆਦਾ ਕਰਦਾ but I don't think they're wrong either ਪਰ ਇਹ ਚੀਜ਼ਾਂ ਐਗਜ਼ਿਸਟ ਕਰ ਰਹੀਆਂ ਦੋਨੋਂ ਚੀਜ਼ਾਂ ਐਗਜ਼ਿਸਟ ਕਰਦੀਆਂ ਪਈਆਂ and quiet quitting ਮੇਰੀ ਆਰਗੂਮੈਂਟ ਹੈ ਕਿ I think ਜਿਹੜੇ ਪਹਿਲਾਂ ਪੈਕੇਜ ਹੁੰਦੇ ਸੀਗੇ you go to work financially ਕਿ ਠੀਕ ਹੈ ਮੈਂ overtime 2 ਸਾਲ ਲਾਏ ਜਾਂ ਮੈਂ same company ਨਾਲ 5 ਸਾਲ ਕੰਮ ਕਰ ਲਿਆ ਮੇਰਾ retirement set ਆ I can purchase a house ਮੇਰੇ ਨਿਆਣੇ set ਆ I'm doing this not only because ਮੈਂ ਕੰਮ ਕਰਨਾ and I'm loyal to this company ਪਰ ਮੈਨੂੰ ਪਤਾ ਜੋ ਆ company ਮੈਨੂੰ ਦਿੰਦਾ ਪਿਆ it's gonna help me long term ਹੁਣ ਉਹ ਗੱਲ ਆ I could work 5 years overtime ਵੀ ਲਾ ਲਵਾਂ I can't purchase a house ਉਹ ਵੀ ਕਿ what is the point ਇਸ ਚੀਜ਼ ਨੇ ਵੀ ਬੜਾ ਕੰਟਰੀਬਿਊਟ ਕੀਤਾ ਨਾ ਫਿਰ ਕਿਉਂਕਿ ਜੈਨ ਜ਼ੀ ਤੋਂ ਮੈਂ ਬਹੁਤ ਸੁਣਦੀ ਕਿ ਠੀਕ ਹੈ ਮੈਂ ਕੰਮ ਕਰ ਲੂੰਗੀ what's the point ਮੈਂ ਮੈਨੇਜਰ ਵੀ ਬਣ ਜੂੰਗੀ what's the point ਕਿ point ਕੀ ਰਹਿ ਗਿਆ ਕਿ ਜੇ ਆਪਾਂ ਕਰ ਨਹੀਂ ਲੈ ਸਕਦੇ we can't go on vacations ਜਿਹੜੀਆਂ ਚੀਜ਼ਾਂ ਆਪਾਂ ਡ੍ਰੀਮ ਕਰਦੇ ਸੀ
ਜੇ ਨਹੀਂ ਕਰ ਸਕਦੇ ਦੈਨ ਕੋਈ ਵੀ ਚੀਜ਼ ਦਾ ਇੰਨਾ ਹਾਰਡ ਵਰਕ ਕਰਕੇ ਕੁਝ ਬਣਨਾ ਤਾਂ ਹੈ ਨਹੀਂ ਸੋ ਵਾਟਸ ਦ ਪੁਆਇੰਟ ਸੋ ਆਈ ਥਿੰਕ ਉਹ ਵੀ ਇੱਕ honestly ਕੁਆਇਟ ਕੁਇਟਿੰਗ ਦੀ ਗੱਲ ਹੈ ਕਿ ਠੀਕ ਹੈ ਪੈਕੇਜ ਇੱਥੇ ਬਣਦਾ ਨਹੀਂ ਪਿਆ ਆਈਵ ਬੀਨ ਹੇਅਰ ਫॉर ਅ ਈਅਰ ਕੁਇਟ ਵੀ ਕਰ ਦੂੰਗੀ ਗਾਂ ਕੰਮ ਵੀ ਮਿਲ ਜਾਣਾ ਬਿਕਾਜ਼ ਦ ਵਰਕ ਫੋਰਸ ਇਜ਼ ਜੇ ਉਹ ਸੇਮ ਲੈਵਲ ਤੇ ਲੱਭਦੇ ਆ ਮਿਲ ਵੀ ਜਾਣਾ ਆ ਐਂਡ ਦਿਸ ਪਰਸਨ ਇਜ਼ਨਟ ਗਿਵਿੰਗ ਮੀ ਫੈਮਿਲੀ ਕਮਿਊਨਿਟੀ ਉਹ ਬੰਦ ਹੀ ਨਹੀਂ ਪਏ ਉਹ ਆਲਸੋ ਆਪਾਂ ਆਰਗਿਊ ਕਰ ਸਕਦੇ ਹਾਂ ਕਿ ਆਪਾਂ ਆਨਲਾਈਨ ਚੱਲ ਗਏ ਜਾਂ right now with finances economy ਜਿੱਦਾਂ ਚੱਲਦੀ ਪਈ ਕਿ maybe package ਉੱਦਾਂ ਦੇ ਨਹੀਂ ਹੈ anymore ਉਹ ਵੀ ਗੱਲ ਹੋ ਸਕਦੀ ਹੈ but you don't feel as tied to your work anymore ਪਹਿਲਾਂ work was your life ਜਿੱਥੋਂ ਤੁਸੀਂ ਸ਼ੁਰੂ ਕਰਦੇ ਸੀ ਰਿਟਾਇਰਮੈਂਟ ਤੁਹਾਡੀ ਉਸੇ ਕੰਮ ਤੋਂ ਹੁੰਦੀ ਸੀ ਯੈਸ 100% but I think Gen Z ਮੇਰੇ ਵਰਗੇ ਵੀ ਬਹੁਤ ਹੈਗੇ ਕਿ ਮੈਂ ਪਹਿਲਾਂ ਟੀਡੀ ਕੰਮ ਕੀਤਾ ਮੈਂ ਕਦੀ ਨਹੀਂ ਛੱਡਣਾ ਸੀ ਜੇ ਮੇਰਾ ਆਪਣਾ ਇੱਧਰ ਨਹੀਂ ਹੁੰਦਾ ਬਿਕਾਜ਼ I think ਉਹੀ ਬਣ ਜਾਂਦਾ ਕਿ ਫੈਮਿਲੀ ਮਾਹੌਲ ਜਦੋਂ ਇੱਕ ਵਾਰੀ ਬਣ ਜਾਵੇ ਫॉर Gen Z I think that's all that matters even for me ਕਿਉਂਕਿ ਜੇ ਸਪੋਰਟ ਪਿੱਛੋਂ ਹੈਗੀ ਆ ਮੈਨੂੰ ਛੱਡਣ ਦੀ ਕਦੀ ਨਹੀਂ ਲੋੜ ਪੈਣੀ ਸੀ I would move up in the same company ਹੁਣ ਟਾਈਮਸ ਆਫ ਕੈਨੇਡਾ I think ਤੁਸੀਂ ਦੇਖਿਆ ਹੀ ਹੈ to ਇੱਕ ਵਾਰੀ ਉਹ ਮਾਹੌਲ ਬਣ ਜਾਵੇ ਕਿ this is my life ਕਿ ਇਹ ਤੋਂ ਮੇਰੀ ਹੁਣ ਲੌਂਗ ਟਰਮ ਗੋਲ ਹੈਗਾ ਆ ਇੱਕ ਤਾਂ I can't leave ਉਹ ਵੀ ਗੱਲ ਹੈਗੀ but I wouldn't leave ਕਿਉਂਕਿ ਹੁਣ this is my life everything I do social media ਹੋ ਗਿਆ ਮੈਂ ਕਰਦੀ ਹਾਂ ਪੈਸ਼ਨ ਨਾਲ ਕਰ ਉਹ ਵੀ ਚੀਜ਼ ਹੁੰਦੀ ਹੈ ਕਿ Gen Z ਜਿਹੜੀ ਚੀਜ਼ ਨੂੰ ਮੈਨੂੰ ਲੱਗਦਾ ਪੈਸ਼ਨ ਨਾਲ ਕਰ ਰਹੇ ਨੇ ਉਹ ਫਿਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਪਰ ਜੇ ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਦੇਤਾ ਜਾਏ ਜਿਹੜਾ ਉਹਨਾਂ ਦਾ ਪੈਸ਼ਨ ਨਹੀਂ ਹੈਗਾ ਮੇਰੇ ਹਿਸਾਬ ਨਾਲ ਉਹ ਨਹੀਂ ਕਰ ਸਕਣਗੇ ਉਸ ਕੰਮ I don't think so ਕਿ ਉਹੀ ਸਰਵਾਈਵਲ ਨਹੀਂ ਰਹਿ ਗਈ ਕਿ ਕਿਤੇ ਨਾ ਕਿਤੇ ਤਾਂ ਬਣ ਜੂਗਾ ਟਰਾਈ ਕਰ ਲੈਂਦੇ ਆ ਵੈਰੀ ਟਰੂ ਕੀ ਚੀਜ਼ ਡਿਫਰੈਂਟ ਹੈਗੀ ਹੈ ਕੀ ਕਮਿਊਨੀਕੇਸ਼ਨ ਡਿਫਰੈਂਟ ਹੈਗੀ ਹੈ ਜਾਂ ਕੋਈ ਬਿਗੇਸਟ ਕਮਿਊਨੀਕੇਸ਼ਨ ਗੈਪ ਹੈਗਾ ਜਦੋਂ ਵਰਕਪਲੇਸ ਦੀ ਗੱਲ ਕਰਦੇ ਹਾਂ ਜੈਨਜ਼ੀਜ਼ ਦੇ ਵਿੱਚ ਜਾਂ ਜਿਹੜੇ 올ਡਰ ਉਹਨਾਂ ਦੇ ਕੋ-ਵਰਕਰਸ ਹੈਗੇ ਆ ਕੋਈ ਬਿਗੇਸਟ ਕਮਿਊਨੀਕੇਸ਼ਨ ਗੈਪ ਤੁਸੀਂ ਕੀ ਵੇਖਦੇ ਹੋ ਹੁਣ ਤੁਸੀਂ ਖੁਦ ਕੰਮ ਕਰ ਰਹੇ ਹੋ ਤੁਹਾਡੇ ਨਾਲ ਟੀਮ ਪੂਰੀ ਕੰਮ ਕਰਦੀ ਹੈ ਕਿਹੜੀ ਚੀਜ਼ ਲੱਗਦੀ ਹੈ ਵੀ ਆਹ ਬੜਾ ਵੱਡਾ ਇੱਕ ਗੈਪ ਹੈ ਇਹਨੂੰ ਫਿਲ ਕਰਨ ਦੀ ਲੋੜ ਹੈ ਜਸਟ ਆਈ ਥਿੰਕ ਇੱਕ ਚੀਜ਼ ਜਿਹੜੀ ਹੈਗੀ ਆ ਕਿ ਇੱਕ ਤਾਂ ਆਪਾਂ ਬਾਉਂਡਰੀਜ਼ ਹੁਣ ਪਾ ਦਿੱਤੇ ਹਾਂ ਕਿ ਠੀਕ ਹੈ ਮੇਬੀ ਆਫਟਰ ਦਿਸ ਟਾਈਮ ਆਪਾਂ ਮੈਸੇਜ ਨਹੀਂ ਕਰਨਾ ਡੋਂਟ ਗੈਟ ਮੀ ਰੋਂਗ ਮੈਂ ਤਾਂ ਹਾਲੇ ਕਰ ਲੈਂਦੀ ਕਿਉਂਕਿ ਜੇ ਉਹ ਉੱਦਾਂ ਦਾ ਕੰਮ ਹੋਵੇ ਤਾਂ ਕਰਨਾ ਹੀ ਪੈਂਦਾ ਪਰ ਆਈ ਥਿੰਕ ਕਿ ਠੀਕ ਹੈ ਜੇ ਮੈਂ 9 to 5 ਕੰਮ ਕੀਤਾ ਮੈਂ 9 to 5 ਹੀ ਕੰਮ ਕੀਤਾ ਕਿ ਮੈਂ ਮੁੜ ਕੇ ਰਿਸਪੌਂਡ ਨਹੀਂ ਕਰਨਾ ਜਾਂ ਈਮੇਲ ਸਵੇਰ ਨੂੰ ਦੇਖੂੰਗੀ ਉਹ ਕਮਿਊਨੀਕੇਸ਼ਨ ਗੈਪ ਹੋ ਜਾਂਦਾ ਕਿਉਂਕਿ ਬੂਮਰਸ ਐਂਡ ਮਿਲੇਨੀਅਲਸ ਉਹਨਾਂ ਨੇ ਪੂਰਾ ਦਿਨ ਕੰਮ ਕੀਤਾ ਰਾਈਟ ਲਾਈਕ देयर ਹੋਲ ਡੇ ਵਾਸ ਵਰਕ ਕਿ ਆਪਾਂ ਕੰਮ ਹੀ ਕੰਮ ਕਰਨਾ ਐਂਡ ਆਈ ਥਿੰਕ ਦ ਸੈਕੰਡ ਬਿਗੇਸਟ ਕਮਿਊਨੀਕੇਸ਼ਨ ਗੈਪ ਸਾਨੂੰ ਲੱਗਦਾ ਕਿ ਆਪਾਂ ਰਿਸਪੈਕਟ ਹਰ ਜਾਣੇ ਨੂੰ ਦੇਣੀ ਆ ਵਰਸਸ ਮਿਲੇਨੀਅਲਸ ਤੇ ਬੂਮਰਸ ਨੂੰ ਲੱਗਦਾ ਕਿ ਰਿਸਪੈਕਟ ਅਰਨ ਕਰਨੀ ਪੈਣੀ ਆ ਪਹਿਲਾਂ ਕਿ ਆਈ ਥਿੰਕ ਜੈਨ ਜ਼ੀ ਨੂੰ ਫੀਅਰ ਜਿਹਾ ਵੀ ਨਹੀਂ ਹੈਗਾ ਹੁਣ ਜੇ ਮੈਂ ਸੋਚਾਂ ਮੈਂ ਬੈਂਕ 'ਚ ਜਦੋਂ ਕੰਮ ਕਰਦੀ ਸੀ ਮੈਂ ਉੱਧਰ ਜਾ ਕੇ ਆਪਣੇ ਬੈਂਕ ਮੈਨੇਜਰ ਨੂੰ ਹਾਇਰ ਕਰ ਲੈਣੀ ਲਾਈਕ ਮੈਨੂੰ ਕੁਝ ਇੰਨਾ ਬਿਗ ਜਾਂ ਖਾਸ ਨਹੀਂ ਲੱਗਦਾ ਸੀ ਕਿ ਡਰਨਾ ਕਾਤੇ ਦਿਸ ਇਜ਼ ਮਾਈ ਲੀਡਰਸ਼ਿਪ ਪਰਸਨ ਕਿ ਮੈਂਟੋਰ ਮੇਰੇ ਲਈ ਹੋਣੇ ਚਾਹੀਦੇ ਆ ਕਿ ਮੈਂ ਇਹਨਾਂ ਨਾਲ ਗੱਲ ਕਰਨੀ ਆ ਵਰਸਸ ਦੂਜਿਆਂ ਨੇ ਕਹਿਣਾ ਜਿਹੜੇ ਮੇਰੇ ਨਾਲ ਦੇ ਸੀ ਮੇਬੀ ਮਿਲੇਨੀਅਲ ਤੇ ਬੂਮਰ ਉੱਤੇ ਜਾ ਕੇ ਹਾਇਰ ਕਰ ਲਈ ਲਾਈਕ ਮੀਟਿੰਗ ਨਹੀਂ ਰੱਖੀ ਸੀ ਪਹਿਲਾਂ ਲਾਈਕ ਪੁੱਛਣਾ ਸੀਗਾ ਜੇ ਫ੍ਰੀ ਆ ਐਂਡ ਆਈ ਥਿੰਕ ਉਹ ਵੀ ਥੋੜਾ ਕਲੈਸ਼ ਕਰਦਾ ਕਿ ਸਾਨੂੰ ਲੱਗਦਾ ਕਿ ਸਾਰੇ ਪੀਪਲ ਇਕੁਅਲ ਆ ਕਿ ਆਪਾਂ ਜਦੋਂ ਤੁਸੀਂ ਹਾਏ ਕਹਿੰਦੇ ਸੀ ਜਾ ਕੇ ਜਿਸ ਬੰਦੇ ਨੂੰ ਤੁਸੀਂ ਕਹਿੰਦੇ ਸੀ ਉਹਦਾ ਰਿਐਕਸ਼ਨ ਕੀ ਹੁੰਦਾ ਸੀ ਸੱਚੀ ਦੱਸਾਂ ਉਹ ਵੀ ਮੇਰੇ ਨਾਲ ਠੀਕ ਹੀ ਸੀ ਆਈ ਥਿੰਕ ਇੱਕ ਤਾਂ ਉਹ ਗੱਲ ਹੈ ਮੈਂ ਜਾ ਕੇ ਨਹੀਂ ਖੁਸ਼ੀ ਹੈਲੋ ਹਾਊ ਇਜ਼ ਯੂਰ ਡੇ ਥੋੜਾ ਜ਼ਿਆਦਾ ਹੀ ਗੱਲ ਕਰਕੇ ਆ ਜਾਂਦੀ ਸੀ ਕਿ ਥੋੜਾ ਔਖਾ ਆ ਮੇਰੇ ਨਾਲ ਆਈ ਗੈਸ ਮੀਨ ਹੋਣਾ ਮੁੜ ਕੇ ਪਰ ਉਹਨਾਂ ਦਾ ਰਿਐਕਸ਼ਨ ਕਦੀ ਨੈਗੇਟਿਵ ਨਹੀਂ ਹੋਇਆ ਪਰ ਆਈ ਥਿੰਕ ਉਹੀ ਐਕਸਪੈਕਟੇਸ਼ਨ ਆ ਕਿ ਜੇ ਤੁਸੀਂ ਆਪਣੇ ਸੀਨੀਅਰ ਨਾਲ ਕਿਸੇ ਨਾਲ ਗੱਲ ਕਰਨੀ ਕੀਤਾ ਤਾਂ ਅਗੇਨ ਪ੍ਰੋਫੈਸ਼ਨਲਿਜ਼ਮ ਕਿੱਦਾਂ ਆ ਤੁਸੀਂ ਕਿੱਦਾਂ ਅਪਰੋਚ ਕੀਤਾ ਸਿਚੁਏਸ਼ਨ ਨੂੰ ਕਰਨਾ ਨਹੀਂ ਚਾਹੀਦਾ ਜੇ ਕੋਈ ਕੰਮ ਨਹੀਂ ਉਹਨਾਂ ਨੂੰ ਜਾ ਕੇ ਦਿਖਾਉਣਾ ਕਿ ਹੈਲੋ ਹਾਈ ਦੀ ਲੋੜ ਕੀ ਆ ਵਰਸਸ ਆਈ ਥਿੰਕ ਜੈਨ ਜ਼ੀ ਨੂੰ ਉਹੀ ਗੱਲ ਹੈ ਕਿ ਸਾਨੂੰ ਕਮਿਊਨਿਟੀ ਦੀ ਫੀਲਿੰਗ ਹੋਣੀ ਚਾਹੀਦੀ ਆ ਫਿਰ ਅਗੇਨ ਆਪਾਂ ਪੈਸ਼ਨ ਨਾਲ ਕੰਮ ਕਰਾਂਗੇ ਓਪਨ ਹੈਗੇ ਆ ਪੈਸ਼ਨ ਹੈਗਾ ਇੱਕ ਤੁਸੀਂ ਗੱਲ ਕੀਤੀ ਸੀ ਗੀਤਾਂਜਲੀ ਕਿ ਜਿਹੜੀ ਹੁਣ ਐਰਾ ਦੇ ਵਿੱਚ ਤੁਸੀਂ ਵੱਡੇ ਹੋ ਰਹੇ ਹੋ ਤੁਸੀਂ ਗਰੋ ਕਰ ਰਹੇ ਹੋ ਉੱਥੇ ਜਿਵੇਂ ਤੁਸੀਂ ਕਿਹਾ ਸੀ ਵੀ ਘਰ ਲੈਣਾ ਬੜਾ ਮੁਸ਼ਕਿਲ ਹੈ ਹੁਣ ਜਿਹੜੀ ਮੈਨੂੰ ਲੱਗਦਾ ਜਿਹੜੇ ਜੈਨਜ਼ੀਜ਼ ਨੇ ਜਦੋਂ ਉਹ ਵਰਕ ਫੋਰਸ ਦੇ ਵਿੱਚ ਐਂਟਰ ਕਰ ਰਹੇ ਨੇ ਹਾਈ ਰੈਂਟ ਹੈਗੇ ਹੈ ਇਨਫਲੇਸ਼ਨ ਆਪਾਂ ਸਾਰਿਆਂ ਨੂੰ ਪਤਾ ਕਿੰਨੀ ਹੈਗੀ ਹੈ ਡਿਜੀਟਲ ਪ੍ਰੈਸ਼ਰ ਬਹੁਤ ਹੈਗਾ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਇਕਨੋਮਿਕ ਜਾਂ ਇਮੋਸ਼ਨਲ ਰਿਐਲਿਟੀਜ਼ ਹੈਗੀਆਂ ਨੇ ਇਹ ਵੀ ਕੰਟਰੀਬਿਊਟ ਕਰਦੀਆਂ ਨੇ ਜਦੋਂ ਜੈਨਜ਼ੀਜ਼ ਕੰਮ ਤੇ ਜਾਂਦਾ ਹੈ ਉਹਦੇ ਸਟ੍ਰੈਸ ਦਾ ਰੀਜ਼ਨ ਬਣਦੀਆਂ ਇਹ ਸਾਰੀਆਂ ਚੀਜ਼ਾਂ 100% ਕਿਉਂਕਿ ਉਹ ਗੱਲ ਹੁੰਦੀ ਸੀ ਕਿ ਠੀਕ ਹੈ ਯੂ ਹਿਟ 19 20 ਵਿਆਹ ਕਰਾ ਲਿਆ ਯੂ ਪ੍ਰੋਬਬਲੀ ਮੂਵ ਆਊਟ ਹੁਣ ਤਾਂ ਉਹ ਹੈ ਕਿ ਹਾਊ ਯੂ ਗੋਇੰ ਅਫੋਰਡ ਅ ਵੈਡਿੰਗ ਕਈਆਂ ਕੋਲ ਤਾਂ ਆਪਣੇ ਹੁਣ ਸਟੂਡੈਂਟ ਪਹਿਲਾਂ ਡੈਟ ਵੀ ਨਹੀਂ ਪੇ ਬੈਕ ਹੁੰਦੇ ਪਏ I think it's a huge stressor and ਇਸ ਕਰਕੇ ਜਦੋਂ when you're under stress and ਤੁਹਾਡੇ ਕੋਲ ਉਹੀ ਹੋ ਜਾਂਦਾ ਕਿ I need to do something better ਮੁੜ ਕੇ ਆਪਾਂ ਆ ਜਾਂਦੇ ਕਿ job hopping ਜੇ ਹੁਣ ਮੈਨੂੰ better opportunity ਮਿਲਦੀ ਆ ਮੇਰੇ ਬਿੱਲ ਥੋੜੇ ਜਿਹੇ ਘੱਟ ਜਾਓਗੇ why wouldn't I move right ਮੈਂ ਗੱਲ ਵੀ ਕਰਦੇ ਕਰਨੀ ਕਿਉਂਕਿ ਉਹੀ ਆ ਜਾਂਦਾ ਕਿ my survival is at stake ਕਿ ਐਕਚੁਅਲੀ ਕੱਲ ਅਸੀਂ ਇੱਕ ਸ਼ੋਅ ਕੀਤਾ ਸੀਗਾ ਸ਼ਾਇਦ ਤੁਸੀਂ ਉਹ ਸਟੇਟਮੈਂਟ ਸੁਣੀ ਹੋਣੀ ਜਯਾ ਬੱਚਨ ਹੋਰਾਂ ਦੀ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਮੈਂ ਆਪਣੀ ਗ੍ਰੈਂਡ ਡਾਟਰ ਨੂੰ ਨਹੀਂ ਕਹੂੰਗੀ ਕਦੇ ਵੀ ਵਿਆਹ ਕਰਾਉਣ ਵਾਸਤੇ ਮੈਂ ਉਹਨੂੰ ਕਹੂੰਗੀ ਜਸਟ ਇੰਜੋਏ ਲਾਈਫ ਤੇ ਉਹਨਾਂ ਦੀ ਇਹ ਜਿਹੜੀ ਸਟੇਟਮੈਂਟ ਸੀ
ਉਹਨੇ ਬੜੀ ਕੰਟਰੋਵਰਸੀ ਜਿਹੜੀ ਸੀ ਕ੍ਰੀਏਟ ਕਰ ਦਿੱਤੀ। ਸੋ ਕੱਲ ਅਸੀਂ ਓਪਨ ਲਾਈਨ ਕੀਤਾ ਤੇ ਲੋਕਾਂ ਨੂੰ ਪੁੱਛਿਆ ਮੈਂ ਇਹ ਸਵਾਲ ਵੀ ਤੁਹਾਨੂੰ ਲੱਗਦਾ ਵੀ ਜਯਾ ਬੱਚਨ ਨੇ ਠੀਕ ਸਟੇਟਮੈਂਟ ਦਿੱਤੀ ਹੈ ਕਿ ਵਿਆਹ ਨਹੀਂ ਕਰਾਉਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਵਿਆਹ ਇੱਕ ਆਊਟਡੇਟਡ ਇੰਸਟੀਟਿਊਸ਼ਨ ਹੈ, ਸੋ ਮੈਂ ਨਹੀਂ ਚਾਹੁੰਦੀ ਮੇਰੀ ਗ੍ਰੈਂਡ ਡਾਟਰ ਵਿਆਹ ਕਰਾਵੇ, ਜਸਟ ਇੰਜੋਏ ਲਾਈਫ। ਤਾਂ ਬਹੁਤ ਸਾਰੇ ਕਾਲਰਸ ਨੇ ਗੀਤਾਂਜਲੀ ਆ ਕੇ ਇਹ ਕਿਹਾ ਕਿ ਜੈਨਜ਼ੀਜ਼ ਜਾਂ ਜਿਹੜੀ ਯੰਗ ਜਨਰੇਸ਼ਨ ਹੈ ਉਹ ਵਿਆਹ ਕਰਾਉਣ ਤੋਂ ਇਸ ਕਰਕੇ ਡਰ ਰਹੇ ਨੇ ਕਿ ਚਲੋ ਇੱਕ ਗੱਲ ਕਿ ਉਹ ਰਿਸਪੌਂਸਿਬਿਲਿਟੀ ਨਹੀਂ ਲੈਣਾ ਚਾਹੁੰਦੇ, ਇਹ ਤਾਂ ਬਲੇਮ ਤੁਹਾਡੀ ਜਨਰੇਸ਼ਨ ਤੇ ਹਮੇਸ਼ਾ ਲੱਗਦਾ। ਸੈਕਿੰਡ ਉਹਨਾਂ ਨੇ ਕਿਹਾ ਕਿ ਉਹ ਇਸ ਕਰਕੇ ਵਿਆਹ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਉਹ ਆਪਣੇ ਫਾਈਨੈਂਸਿਸ ਦੇਖ ਰਹੇ ਨੇ ਕਿ ਮੈਂ ਜੇ ਵਿਆਹ ਕਰਾਉਣਾ ਕੱਲ ਨੂੰ ਮੇਰੇ ਬੱਚੇ ਹੁੰਦੇ ਆ, ਕੱਲ ਨੂੰ ਮੈਨੂੰ ਘਰ ਲੈਣਾ ਪਊਗਾ, ਮੈਨੂੰ ਆ ਸਾਰੀਆਂ ਤਾਂ ਮੇਰੇ ਕੋਲ ਤਾਂ ਫਾਈਨੈਂਸਿਸ ਹੀ ਹੈ ਨਹੀਂ ਹੈ। ਸੋ ਇਸ ਕਰਕੇ ਕਿਸੇ ਵੀ ਚੀਜ਼ ਵਾਸਤੇ ਜੈਨਜ਼ੀਜ਼ ਨੂੰ ਬਿਨਾਂ ਸੋਚੇ ਸਮਝੇ ਬਲੇਮ ਕਰ ਦੇਣਾ ਮੈਨੂੰ ਲੱਗਦਾ ਠੀਕ ਨਹੀਂ ਹੈ। ਆਈ ਡੋਂਟ ਥਿੰਕ ਸੋ ਈਦਰ। ਪਰ ਜਿੱਥੇ ਆਈ ਗੈਸ ਉਹ ਵੀ ਗੱਲ ਹੈ ਕਿ ਮੇਰੇ ਵੀ ਪੇਰੈਂਟਸ ਨਾਲ ਬਹੁਤ ਵਾਰੀ ਆਰਗੂਮੈਂਟਸ ਹੋਏ ਹੈ ਕਿ ਆਪਾਂ we had you when we were your age, you know, ਕਿ ਉਹੀ ਗੱਲ ਆਪਾਂ ਤਾਂ ਹੁਣ ਕਰ ਲੈ ਲਿਆ ਸੀ, we had our first kids, and I think the last time I checked the stat, although I think minimum wage $7-8 ਹੁੰਦਾ ਸੀ, for my generation to match that amount of minimum wage we'd have to be making between $98 to $108 an hour। ਉਹ ਤਾਂ ਕਿਤੇ ਨਹੀਂ ਬਣਦੇ ਕਿਉਂਕਿ inflation and to be equal ਕਿ ਸਾਡੀ buying power equal ਹੋਵੇ, $98 ਕਿਤੇ ਨਹੀਂ ਬਣਦੇ। and I think it's a big stressor ਕਿਉਂਕਿ ਹੁਣ everything's being pushed back। ਪਹਿਲਾਂ ਹੁੰਦਾ ਸੀ ਕਿ ਠੀਕ ਹੈ we'll start a career, ਫਿਰ okay you don't just need a degree, you also need a master's ਕਿਉਂਕਿ ਹੁਣ ਉਹ ਵੀ ਹੋ ਗਿਆ inflation of education ਕਿ ਹੁਣ okay ਠੀਕ ਹੈ ਸਾਰੇ ਕੋਲ degrees ਆ, now to do an entry role you need a master's, 4 ਸਾਲ ਹੋਰ ਤਾਂ ਚਲੇ ਗਏ, now you're a little bit older, you're in an entry position where our parents would have been at a pretty respected role, ਉਹ ਵੀ pushback ਹੋ ਗਿਆ। ਫਿਰ plus inflation, you can't purchase anything with the money, ਹੁਣ ਜੇ travel ਕਰਨਾ you only have so much time to travel, really crunch timeline because of finances ਕਿਉਂਕਿ 100% ਮੈਂ agree ਕਰਦੀ ਕਿ ਹੁਣ if I move out ਮੈਨੂੰ ਪਤਾ ਕਿ mortgage ਮੈਨੂੰ ਦੇਣੀ ਪੈਣੀ ਆ, ਲਾਈਟਾਂ ਦੇਣੀਆਂ ਪੈਣੀਆਂ, it all adds up, ਪਰ income ਤਾਂ ਉਨੀ ਆ। ਜਿੰਨਾ ਮਰਜੀ ਹਾਰਡ ਵਰਕ ਤੁਸੀਂ ਕਰ ਲਓ, ਜੈਨਜ਼ੀਜ਼ ਦੇ ਉੱਤੇ ਵੀ ਸਟ੍ਰੈਸ ਹੈਗਾ, ਉਹਨਾਂ ਦੇ ਵਿਚਾਰਿਆਂ ਦੇ ਲੇਬਲ ਲਾਣੇ ਚੰਗੀ ਗੱਲ ਨਹੀਂ ਹੈ। ਇੱਕ ਗੱਲ ਮੈਂ ਕਹਿ ਸਕਦੀ ਹਾਂ ਕਿ ਸਾਡੇ ਕੋਲ ਸੇਫਟੀ ਨੈਟ ਹੈਗਾ ਆ, ਐਂਡ ਮੇਬੀ ਕਈ ਜਾਣੇ ਤਾਂ ਹੋਣੇ ਆ, everyone takes advantage of a situation if you can, so maybe not all Gen Z, but maybe ਕਈ ਹੋਣੇ ਆ that are comfortable staying home ਕਿ ਉਹਨਾਂ ਨੂੰ ਲੱਗਦਾ ਕਿ ਹੋਰ ਕੁਛ ਨਾ ਹੋਵੇ, ਮੇਰੇ ਪੇਰੈਂਟਸ ਤਾਂ ਹੈਗੇ ਆ, ਸਪੋਰਟ ਸਿਸਟਮ ਹੈਗਾ ਆ, but it's definitely hard, and ਉਹ shift I think people ਕਦੀ ਮਿਸ ਕਰ ਲੈਂਦੇ ਆ Gen Z ਲਈ ਕਿ if we wanted to purchase a house, the amount we have to work is double or triple ਉਨੀ ਇਨਕਮ ਬਣਾਉਣ ਲਈ, and ਉਨੀ ਇਨਕਮ ਜੇ ਆਪਾਂ 8 ਹੁਣ ਉਹੀ ਬੈਲੈਂਸ ਕਮਿਊਨੀਕੇਸ਼ਨ ਸਟਾਈਲ ਦੀ ਆ ਜਾਂਦੀ ਹੈ ਕਿ if we know we're not going to get a house ਕਿ ਫਾਈਨੈਂਸ ਤਾਂ ਬਣਨੇ ਨਹੀਂ ਆ, ਤਾਂ ਹੁਣ ਆਪਾਂ ਪਰਸਨਲ ਲਾਈਫ ਵੀ ਆਪਣੀ ਦੇ ਦਈਏ, ਤਾਂ ਆਈ ਥਿੰਕ ਉਹ ਕਮਿਊਨੀਕੇਸ਼ਨ ਸਟਾਈਲ ਮਿਸ ਹੋ ਜਾਂਦਾ ਕਿਉਂਕਿ ਬੂਮਰਸ ਐਂਡ ਮਿਲੇਨੀਅਲਸ ਜੇ ਉਹਨਾਂ ਨੇ ਕੰਮ ਕੀਤਾ there were rewards, ਜੇ ਆਪਾਂ ਉੱਦਾਂ ਕੰਮ ਕਰੀਏ ਸਾਨੂੰ ਰਿਵਾਰਡ ਨਹੀਂ ਮਿਲਨੇ, ਸੋ ਫॉर us it doesn't feel worth it। ਇਸੇ ਕਰਕੇ ਥੋੜਾ ਸਟ੍ਰੈਸ ਜਿਹੜਾ ਹੈਗਾ ਜਾਂ ਦੋਨਾਂ ਜਨਰੇਸ਼ਨਸ ਦੇ ਵਿੱਚ ਜਿਹੜਾ ਗੈਪ ਹੈ ਜਾਂ ਜਿਹੜਾ ਕਲੈਸ਼ ਹੈਗਾ ਉਹ ਆ ਜਾਂਦਾ। ਤੁਸੀਂ ਕਿਉਂਕਿ ਇੱਕ ਜੈਨਜ਼ੀ ਹੋ, ਕੰਮ ਵੀ ਕਰਦੇ ਹੋ, ਤੁਹਾਡੇ ਅੰਡਰ ਇੱਕ ਟੀਮ ਵੀ ਕੰਮ ਕਰਦੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਵਰਕ ਪਲੇਸ ਹੈ ਉੱਥੇ ਜਿਹੜੇ EMPLOYERS ਹੈਗੇ ਹੈ, ਓਨਰਸ ਹੈਗੇ ਹੈ, ਮੈਨੇਜਰਸ ਹੈ, ਸੁਪਰਵਾਈਜ਼ਰਸ ਹੈ, ਬੂਮਰਸ ਹੈ ਜਾਂ ਵੱਡੀ ਜਨਰੇਸ਼ਨ ਦੇ ਜਿਹੜੇ ਕੋਵਰਕਰਸ ਹੈਗੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਇੱਕ ਮਾਹੌਲ ਬਣਾਉਣਾ ਚਾਹੀਦਾ ਕੰਮ ਦੇ ਉੱਤੇ ਕਿ ਜੈਨਜ਼ੀਜ਼ ਦੇ ਨਾਲ ਕਲੈਸ਼ ਦੀ ਜਗ੍ਹਾ ਸਗੋਂ ਇੱਕ ਵਧੀਆ ਇਨਵਾਇਰਨਮੈਂਟ ਹੋਵੇ, ਤੇ ਜੈਨਜ਼ੀਜ਼ ਜਿਵੇਂ ਉਹਨਾਂ ਦੇ ਉੱਤੇ ਬਲੇਮ ਲੱਗਦਾ ਵੀ ਉਹ ਜੌਬ ਹੌਪ ਕਰਦੇ ਹੈ, ਕੁਆਇਟ ਕੁਇਟਿੰਗ ਕਰਦੇ ਹੈ, ਉਹ ਚੀਜ਼ਾਂ ਨਾ ਹੋਣ। ਸੋ ਕਿੱਦਾਂ ਦਾ ਐਟਮੋਸਫੀਅਰ ਬਣਾਇਆ ਜਾਵੇ? So just I think what's worked best for me, even ਕਿ ਠੀਕ ਹੈ ਮੈਂ ਵੀ ਆਪਣੇ I guess Gen Z ਹੋ ਕੇ Gen Z ਨਾਲ ਹੀ ਗੱਲ ਕਰਦੀ ਹਾਂ, but ਕੀ openness, ਹੁਣ ਇੱਦਾਂ ਸਾਰਿਆਂ ਨੇ ਸੁਣਿਆ ਵੀ ਹੋਣਾ ਆ ਕਿ ਜੇ Gen Z ਨੇ ਛੁੱਟੀ ਲੈਣੀ ਉਹਨੇ ਲੈਣੀ ਆ, they're not gonna ask again, ਉਹਨਾਂ ਨੇ ਦੱਸ ਦੇਣਾ ਕਿ I need a day off, ਤਾਂ ਫਿਰ I think ਆਪਾਂ ਇੱਦਾਂ ਦਾ ਮਾਹੌਲ ਬਣਾ ਲਿਆ especially at times of Canada ਕਿ I know you need the day off, ਪਰ when is the best time for both of us ਕਿ ਆਪਾਂ ਇਕੱਠੇ collaboration 'ਚ ਕੰਮ ਕਰੀਏ with full openness, ਕਿ ਇੱਦਾਂ ਨਹੀਂ ਹੈ ਕਿ I am your superior or ਮੈਨੂੰ ਪੁੱਛ ਕੇ ਕਰਨਾ ਪੈਣਾ ਹਰ ਇੱਕ ਚੀਜ਼, ਟੀਮ ਵਾਂਗੂ ਕੰਮ ਕਰੋ। I think once you start working as a team ਫਿਰ ਉਹਨਾਂ ਨੂੰ ਵੀ autonomy ਲੱਗਦੀ ਹੈ ਕਿ ਠੀਕ ਆ ਮੇਰੀ ਵੀ voice ਇੱਥੇ it matters, and I think once ਉਹ autonomy ਆ ਜਾਵੇ ਕਿ I matter in this situation, ਫਿਰ ਉਹ ਵੀ ਆਪਣੇ ਵਾਂਗੂ ਕੰਮ ਕਰਨ ਲੱਗ ਜਾਂਦੇ ਆ ਕਿ ਉਹਨਾਂ ਦੀ ਹੀ ਕੰਪਨੀ ਆ ਨਾ, ਉਹ passion ਫਿਰ ਮੁੜ ਕੇ ਆ ਜਾਂਦਾ ਕਿ my employer cares about me, everybody around me cares about me। ਇੱਕ ਤਾਂ ਜਿਹੜੇ classic ਆ benefits ਤਾਂ ਹੁਣ they're everywhere, so I think you have to be a competitive workplace ਕਿ people aren't going to leave if you give them everything ਨਾ, ਉਹੀ ਗੱਲ ਹੈ। I know sometimes giving them everything is hard, ਮੈਂ ਉਹ ਨਹੀਂ ਮੰਨਦੀ, as a business owner myself ਮੈਂ ਕਹਿ ਲੈਂਦੀ easily, but it's hard to do, but I definitely think ਕਿ ਇੱਦਾਂ again ਆਪਾਂ vacations ਦੀ ਗੱਲ ਕਰੀਏ, the best example is
ਹੁਣ ਮੋਸਟ ਆਫ ਮਾਈ ਟੀਮ they'll ask hey ਮੈਨੂੰ ਇੰਨੀ ਕੁ ਦੇਰ ਦੀ ਛੁੱਟੀ ਚਾਹੀਦੀ ਆ when is a good time for you ਉਹਨਾਂ ਨੂੰ ਪਤਾ ਸਾਡੇ ਮੇਜਰ ਇਵੈਂਟਸ ਕਦੋਂ ਉਹਨਾਂ ਨੇ ਆਪਣੇ ਆਪ ਅਵੋਇਡ ਕਰ ਲੈਣਾ ਕਿ Gitanjali can I do these days off I know this day we have a big event so ਮੈਂ ਉਦੋਂ ਨੂੰ ਨਹੀਂ ਕਰਦੀ ਪਰ can I do these and it's being very open ਕਿ you do deserve a vacation ਕਿ ਹਾਂ you've worked so hard take your break and not bothering them I think that's a big thing ਕਿ bothering ਵਾਲੀ ਗੱਲ ਤੇ ਆਉਣੀ ਹੈ ਇੱਕ ਹੋਰ ਜਿਹੜਾ ਬੜਾ ਵੱਡਾ ਲੇਬਲ ਬੜੀ ਵੱਡਾ ਤੁਹਾਡੇ ਤੇ ਇੱਕ ਦੋਸ਼ ਲੱਗਦਾ ਹੈ ਨਾ ਮੈਨੂੰ ਇਹ ਲੱਗ ਰਿਹਾ ਕਿ Gitanjali ਨੂੰ ਮੈਂ ਅਦਾਲਤ 'ਚ ਬਿਠਾਇਆ ਹੋਇਆ ਅੱਜ ਹੈ ਨਾ ਸਾਡੀ ਉਹ ਪੂਰੀ ਟ੍ਰਾਇਲ ਚੱਲਦੀ ਪਈ ਆ ਚੱਲ ਰਹੀ ਹੈ ਜਿਹੜਾ ਇਹ ਕਿਹਾ ਜਾਂਦਾ ਹੈ ਵੀ ਜੈਨਜ਼ੀ ਜਿਹੜੇ ਨੇ ਨਾ ਆਏ ਆਪਣਾ ਕਾਰਡ ਪੰਚ ਕੀਤਾ ਕਾਰਡ ਦੁਬਾਰਾ ਪੰਚ ਕੀਤਾ ਕੰਮ ਤੋਂ ਚਲੇ ਗਏ ਲੌਗ ਆਫ ਤੇ ਫਿਰ ਉਹ ਨਾ ਤੁਹਾਡੀ ਈਮੇਲ ਚੈੱਕ ਕਰਨਗੇ ਨਾ ਤੁਹਾਡੇ ਕਿਸੇ ਸਵਾਲ ਦਾ ਜਵਾਬ ਦੇਣਗੇ ਪਰ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਸਾਡੇ ਤੋਂ ਵੱਡੀ ਜਨਰੇਸ਼ਨ ਹੈ ਉਹ ਤਾਂ ਘਰ ਜਾ ਕੇ ਵੀ ਈਮੇਲਾਂ ਚੈੱਕ ਕਰ ਲੈਂਦੇ ਸੀ ਉਹਦਾ ਵੀਕਐਂਡ 'ਤੇ ਵੀ ਕੰਮ ਕਰ ਲੈਂਦੇ ਸੀ ਸੋ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਜੈਨਜ਼ੀਜ਼ ਜਿਹੜੇ ਨੇ ਇਹਨਾਂ ਦੀ ਇੱਕ ਬੈਲੈਂਸਡ ਅਪਰੋਚ ਨਹੀਂ ਹੈ ਕਹਿੰਦੇ ਇਹ ਕੀ ਹੋਇਆ ਵੀ ਹਮੇਸ਼ਾ ਹੀ ਮੈਂਟਲ ਹੈਲਥ ਦੀ ਗੱਲ ਕਰਦੇ ਨੇ ਹਮੇਸ਼ਾ ਹੀ ਆਪਣੀ ਇਹ ਕਹਿੰਦੇ ਨੇ ਵੀ ਅਸੀਂ ਵਰਕ ਲਾਈਫ ਬੈਲੈਂਸ ਬਣਾਉਣਾ ਜਦੋਂ ਕਿ ਚੰਗੀ ਗੱਲ ਹੈ ਪਰ ਕਹਿੰਦੇ ਵੀ ਇਹ ਜਿਹੜੇ ਨੇ ਨਾ ਇਹਨਾਂ ਦੇ ਪੁਆਇੰਟਸ ਇੰਨੇ ਵਧੀਆ ਨਹੀਂ ਹੈਗੇ ਵੀ ਇਹ ਬਿਲਕੁਲ ਹੀ ਬਾਅਦ ਦੇ ਵਿੱਚ ਜਵਾਬ ਨਹੀਂ ਦਿੰਦੇ ਵੀ ਲੌਗ ਆਫ ਕਰਤਾ ਇਹਦਾ ਮਤਲਬ ਕੰਪਲੀਟਲੀ ਸ਼ਟ ਕਰਤਾ ਉਹਨਾਂ ਨੇ ਸਾਰਾ ਕੁਝ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਸ ਆਈ ਥਿੰਕ ਜਿੱਥੇ ਥੋੜਾ ਜਿਹਾ ਦੋਸ਼ ਲੱਗਦਾ ਸਹੀ ਵੀ ਮੇਬੀ ਹੋਣਾ ਆ ਟੂ ਡਿਫਰੈਂਟ ਜਨਰੇਸ਼ਨਸ ਕਿਉਂਕਿ ਉਹ ਯੂਜ਼ਡ ਟੂ ਅ ਕੰਸਿਸਟੈਂਟ ਕੰਟੈਕਟ ਮੈਂ ਵੀ ਗੱਲ ਕਰੂੰਗੀ ਕਿ ਜਿਹੜੇ ਜੈਨ ਜ਼ੀ ਡਿਫਰੈਂਟ ਰੋਲ 'ਚ ਆ ਹੁਣ ਆਈ ਹੈਵ ਫਰੈਂਡਸ ਦੈਟ ਆਰ ਇਨਵੈਸਟਮੈਂਟ ਬੈਂਕਰਸ ਮੋਰਗੇਜ ਬ੍ਰੋਕਰਸ ਰੀਅਲ ਏਸਟੇਟ ਏਜੈਂਟਸ ਉਹਨਾਂ ਦੇ ਕਲਾਇੰਟਸ ਉਹਨਾਂ ਦੇ ਫੁੱਲ ਵਰਲਡ ਬਣ ਜਾਂਦੇ ਆ ਸੋ ਇੱਦਾਂ ਨਹੀਂ ਗੱਲ ਕਿ ਸਾਰੀ ਜੈਨ ਜ਼ੀ ਇੱਦਾਂ ਕਰਦੀ ਆ ਪਰ ਆਈ ਡੂ ਅਗਰੀ ਜਿਹੜੇ ਤੁਹਾਡੇ ਮੋਰ 9 to 5 ਜੌਬਸ ਹੈ ਜਿਹਨੇ ਤੁਹਾਨੂੰ ਇੱਕ ਦਿਨ 'ਚ ਰਿਪਲੇਸ ਕਰ ਦੇਣਾ ਨਾ ਕਿ ਠੀਕ ਹੈ ਤੁਸੀਂ ਕੱਲ੍ਹ ਨਾ ਆਏ ਜਾਂ ਇਫ ਯੂਰ ਮਮ ਗੈਟ ਸਿਕ ਤੁਸੀਂ ਵੀਕਲੀ ਨਹੀਂ ਆਏ ਉਹਨਾਂ ਨੇ if they feel that it's a workplace ki oh easily replaceable yeah for the employer 100% ਏਦਾਂ ਕਰੂਗੀ ਕਿਉਂਕਿ then it's just a job ਉਹ ਇਹ ਕਿ ਮਾਹੌਲ ਨਹੀਂ ਬਣਿਆ ਕਿ this is my community this is my family ਆ ਮੇਰੀ ਲਾਈਫ ਨਹੀਂ ਆ ਕਿਉਂਕਿ you'll replace me in one day blame ਉਹਨਾਂ ਤੇ ਪੈ ਜਾਂਦਾ blame ਤਾਂ 100% equate ਕਰ ਲਿਆ ਪਰ ਉਹ ਵੀ ਗੱਲ ਹੈਗੀ ਕਿ I do think that Gen Z in general ਕਿ ਥੋੜਾ ਜਿਹਾ professionalism is dying down ਜਿੱਥੇ ਵੀ I've ever quit I give a 2 weeks notice ਪਹਿਲਾਂ ਗੱਲ ਕਰਕੇ ਜਾਈਦੀ ਹੈ ਕਿ this is why I'm leaving this is the growth I think ਉਹ ਵੀ important ਹੈ ਕਿ Gen Z needs to give that to employers quitting ਤਾਂ ਮੈਨੂੰ ਲੱਗਦਾ ਚੰਗੀ ਗੱਲ ਨਹੀਂ I don't think so either yes I think even job hopping ਕਿ ਆਪਾਂ ਪਹਿਲਾਂ don't get me wrong ਜੇ opportunities ਹੈਗੀਆਂ ਆ take the opportunities that help you grow ਪਰ ਪਹਿਲਾਂ try ਕਰੋ to talk about it in your company because oh yeah ਜੇ ਮਾਹੌਲ ਹੈਗਾ ਆ ਕਿ you're allowed to talk to people above you you're allowed to talk to your supervisors your managers ਕਿ hey I am getting opportunities or this isn't going to work for me long term because this is what I need long term communicate your needs कि this is what I need ਡਰੋ ਨਾ ਕਿ worst comes to worst ਤੁਸੀਂ ਉਦਾਂ ਹੀ ਕੁਇਟ ਕਰਕੇ ਨਿਕਲ ਜਾਣਾ ਸੋ ਟਰਾਈ ਦ ਕਨਵਰਸੇਸ਼ਨ ਫਰਸਟ ਕਿ ਮੈਨੂੰ ਗਰੋਥ ਦੀ ਲੋੜ ਆ ਦਿਸ ਇਜ਼ ਵਾਟ ਆਈ ਵਾਂਟ ਆਈ ਐਮ ਨਾਟ ਪੈਸ਼ਨੇਟ ਅਬਾਊਟ ਦਿਸ ਐਨੀਮੋਰ ਆਈ ਐਮ ਬੋਰਡ ਅਬਾਊਟ ਦਿਸ ਟੌਪਿਕ ਮੈਂ ਗਾਂ ਕੀ ਕਰ ਸਕਦੀ ਵੇਅਰ ਆਰ ਮਾਈ ਓਪਰਚੁਨਿਟੀਜ਼ ਯੈਸ ਇੱਕ ਵਾਰੀ ਗੱਲ ਸ਼ੁਰੂ ਕਰਾਂਗੇ ਕਿਸੇ ਨਾ ਕਿਸੇ ਪਾਸੇ ਤਾਂ ਜਾਊਗੀ ਐਗਜ਼ੈਕਟਲੀ ਮੈਨੂੰ ਲੱਗਦਾ ਸਾਰੀ ਕਨਵਰਸੇਸ਼ਨ ਤੋਂ ਬਾਅਦ ਨਾ ਸਿੱਟਾ ਇਹੀ ਨਿਕਲਣਾ ਵੀ ਜੈਨਜ਼ੀਜ਼ ਡਿਫਿਕਲਟ ਨਹੀਂ ਹੈਗੇ ਥੋੜੇ ਡਿਫਰੈਂਟ ਨੇ ਸੋ ਕੁਝ ਵੇਜ਼ ਲੱਭਣੇ ਪੈਣੇ ਆ ਇਹਨਾਂ ਦੇ ਨਾਲ ਕੰਮ ਕਰਨ ਦੇ Gitanjali ਇੰਨੇ ਬਲੇਮ ਮੈਂ ਤੁਹਾਡੇ ਤੇ ਲਾਤੇ ਹੈ ਨਾ ਇੰਨੇ ਦੋਸ਼ ਲਾਤੇ ਅਦਾਲਤ ਦੇ ਵਿੱਚ ਬਿਠਾ ਕੇ ਜੈਨਜ਼ੀਜ਼ ਕੀ ਐਕਸਪੈਕਟ ਕਰਦੇ ਨੇ ਕਿ ਉਹਨਾਂ ਨੂੰ ਕਿਵੇਂ ਟਰੀਟ ਕੀਤਾ ਜਾਵੇ ਉਹਨਾਂ ਵਾਸਤੇ ਕਿਸ ਤਰ੍ਹਾਂ ਦਾ ਵਰਕਪਲੇਸ ਇਨਵਾਇਰਨਮੈਂਟ ਬਣਾਇਆ ਜਾਵੇ ਤੇ ਕੀ ਕੋਈ ਖਾਸ ਚੈਲੰਜਸ ਨੇ ਜੋ ਤੁਸੀਂ ਲੋਕ ਫੇਸ ਕਰਦੇ ਹੋ I think ਮੈਂ ਆਪਣੀ ਗੱਲ ਕਰ ਸਕਦੀ ਹਾਂ ਕਿ the biggest thing is respect ਕਿਉਂਕਿ ਇੱਕ ਤਾਂ I guarantee ਕਿ ਆਪਾਂ young ਤਾਂ ਹੈਗੇ ਹਾਂ we're new in the workforce we're building our names building our reputations ਉਹ 100% ਗੱਲ ਹੈਗੀ ਹੈ ਕਿ you have to try and work but I think ਇੱਕ ਤਾਂ is the immediate blame ਕਿ ਠੀਕ ਹੈ younger generation ਨੂੰ ਕੀ ਪਤਾ right ਕਿ ਇਹਨਾਂ ਨੂੰ ਨੌਲੇਜ ਵੀ ਹੈਗੀ ਆ ਇਹਨਾਂ ਨੇ ਹਾਲੇ ਇੰਡਸਟਰੀ 'ਚ ਕੰਮ ਵੀ ਨਹੀਂ ਕੀਤਾ ਇਹਨਾਂ ਨੂੰ ਕੀ ਪਤਾ ਆਈ ਥਿੰਕ the best thing to start for Gen Z is the respect right away ਕਿ ਠੀਕ ਹੈ ਆਪਾਂ ਇਕੱਠੇ ਟੀਮ ਦੇ ਤੌਰ ਤੇ ਕੰਮ ਕਰੀਏ ਉਹ ਬਿਗੇਸਟ ਚੀਜ਼ ਹੈ ਐਂਡ ਆਈ ਥਿੰਕ ਕਮਿਊਨੀਕੇਸ਼ਨ ਐਨੀਥਿੰਗ ਆਫਟਰ ਦੈਟ ਉਹ ਟੀਮ ਵਰਕ ਦੇ ਵਿੱਚ ਨਿਕਲ ਹੀ ਆਊਗਾ ਕਿ ਠੀਕ ਹੈ ਆਈ ਵਾਂਟ ਟੂ ਵਰਕ ਫਰਮ ਹੋਮ ਵਨ ਡੇ ਉਹ ਕਹੋਗੇ ਆਈ ਡੋਂਟ ਵਾਂਟ ਯੂ ਟੂ ਵਰਕ ਫਰਮ ਹੋਮ ਵਨ ਡੇ ਠੀਕ ਹੈ ਲੈਟਸ ਮੀਟ ਇਨ ਦ ਮਿਡਲ ਮੇਬੀ ਆਪਾਂ ਇੱਦਾਂ ਕਰਾਂਗੇ ਕਿ ਯੂ ਕੈਨ ਡੂ ਅ ਹਾਫ ਡੇ ਫਰਮ ਹੋਮ ਪਰ ਬੀ ਆਨਲਾਈਨ ਦ ਹੋਲ ਟਾਈਮ ਮੀਟਿੰਗਸ ਆ ਇਨ ਪਰਸਨ ਆਪਾਂ ਕਰਨੀਆਂ ਆ ਪਰ ਕੰਮ ਤੁਸੀਂ ਕਰ ਲਓ ਐਨੀਥਿੰਗ ਦੈਟ ਟੀਮ ਦੇ ਤੌਰ ਤੇ ਡਿਸੀਜਨਸ ਹੋਣ ਆਈ ਥਿੰਕ that's the best way to go forward with Gen Z. I think ਉਹ ਵੀ difficult ਜਿਹੜੀ ਆਪਾਂ discuss ਕੀਤੀ financials ਤਾਂ ਰਹਿਣੇ ਆ I think stress ਤਾਂ ਰਹਿਣੀ ਆ if we can economy ਜਿੱਦਾਂ ਸਾਡੀ ਚੱਲਦੀ ਪਈ ਆ as an employer I can admit it's hard to benefits ਰੱਖਣ ਨੂੰ ਸਾਰਾ ਕੁਝ table ਤੇ ਰੱਖਣ ਨੂੰ ਕਿ this is what I can do for you but as a company or a business owner manager supervisor ਜੇ ਆਪਾਂ Gen Z ਜਿਹੜੇ if we can mentor them and teach them ਕਿਉਂਕਿ I think ਉਹ ਵੀ ਥੋੜੀ ਜਿਹੀ gap ਆ ਕਿ no one sometimes you walk into an industry and it feels like no one wants to teach you ਕਿ ਠੀਕ ਹੈ ਨਿਆਣੇ ਆ ਗਏ ਆ ਇਹਨਾਂ ਨੇ ਕੁਝ ਕਰਨਾ ਤਾਂ ਹੈ ਨਹੀਂ ਆ but do the ਪੁੱਠਾ ਕਿ ਠੀਕ ਹੈ ਨਿਆਣੇ ਆਏ ਆ let's teach them right I think all those ਚੀਜ਼ਾਂ are things that Gen Z are looking for
ਸੋ ਕੋਈ ਟਿਪ ਜੈਨਜ਼ੀਜ਼ ਵਾਸਤੇ ਕਿ ਉਹ ਆਪਣੀ 올ਡਰ ਜਨਰੇਸ਼ਨ ਨੂੰ ਕਿਵੇਂ ਅੰਡਰਸਟੈਂਡ ਕਰ ਸਕਦੇ ਆ? ਪੇਸ਼ੈਂਸ, ਕਿ ਪੇਸ਼ੈਂਟ ਰਵੋ ਐਂਡ ਟਰਾਈ ਟਾਕਿੰਗ। ਕਿ ਬਹੁਤ ਵਾਰੀ ਹੁੰਦਾ ਕਿ ਟੈਨਸ਼ਨ ਜਾਂ ਆਪਾਂ ਗੱਲ ਨਹੀਂ ਕਰਦੇ ਜੈਨਜ਼ੀ ਵੱਲੋਂ ਵੀ ਕਿ I'm too scared to approach this person, ਜਾਂ ਮੈਨੂੰ ਕਰਨ should I even talk to them? But it's always worth the conversation. ਗੱਲ ਸ਼ੁਰੂ ਕਰਾਂਗੇ ਤਾਂ ਜਿੱਦਾਂ ਆਪਾਂ ਗੱਲ ਕੀਤਾ ਕਿਤੇ ਨਾ ਕਿਤੇ ਤਾਂ ਚੱਲੂਗੀ ਕਿ ਪੋਜ਼ਿਟਿਵ ਪਾਸੇ ਲੱਗ ਜਾਵੇ। ਮੇਬੀ ਜਿਹੜਾ ਤੁਹਾਡਾ boomer or millennial boss, ਉਹਨਾਂ ਦਾ ਵੀ ਮਾਈਂਡ ਚੇਂਜ ਹੋ ਜਾਵੇ, ਉਹਨਾਂ ਨੂੰ ਅੰਡਰਸਟੈਂਡਿੰਗ ਆ ਜਾਵੇ, or maybe you'll understand them more ਕਿਉਂਕਿ ਉਹਨਾਂ ਨੇ ਬਿਜ਼ਨਸ ਚਲਾਇਆ ਆ। That's my biggest to Gen Z ਕਿ we know a lot. Social media we know a lot. Technology ਆਪਾਂ ਬਹੁਤ ਸਿੱਖੀ at a younger age. But business, network, sales, all of that, boomers ਤੇ millennials ਨੇ ਸਾਡੇ ਤੋਂ ਪਹਿਲਾਂ ਕੀਤੀ and they do know what they're doing too. So it's really important to meet in the middle. Yes, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਨਾ, ਇੱਕ ਸਵਾਲ ਜੈਨਜ਼ੀਜ਼ ਵੱਲੋਂ ਵੀ ਹੈਗਾ, ਜਿਵੇਂ ਜਿੰਨੇ ਬਾਕੀ ਸਵਾਲ ਸੀ ਉਹ ਤਾਂ ਮੈਂ ਬੂਮਰਸ ਵੱਲੋਂ ਪੁੱਛੇ ਸੀਗੇ। ਜੈਨਜ਼ੀਜ਼ ਦਾ ਇੱਕ ਬੜਾ ਵੱਡਾ ਉਹਨਾਂ ਨੇ ਵੀ ਇੱਕ ਦੋਸ਼ ਲਗਾਇਆ ਹੋਇਆ। ਉਹ ਕਹਿੰਦੇ ਵੀ ਜਿਹੜਾ, ਕਿਉਂਕਿ ਕਹਿੰਦੇ ਅਸੀਂ ਐਸੀ ਜਨਰੇਸ਼ਨ ਤੋਂ ਆਉਂਦੇ ਹਾਂ, ਡਿਜੀਟਲ ਜਨਰੇਸ਼ਨ ਹੈ ਸਾਡੀ, ਹੈ ਨਾ। ਕਹਿੰਦੇ ਸਾਨੂੰ ਕੰਟੈਂਟ ਬਣਾਉਣੇ ਆਉਂਦੇ ਆ, ਸਾਨੂੰ ਸੋਸ਼ਲ ਮੀਡੀਆ ਸਟੋਰੀਜ਼ ਪੋਸਟ ਕਰਨੀਆਂ ਆਉਂਦੀਆਂ। ਕਈ ਵਾਰੀ ਜੈਨਜ਼ੀਜ਼ ਦਾ ਇਹ ਦੋਸ਼ ਹੈਗਾ ਕਿ ਕਈ ਵਾਰੀ ਸਾਡੇ ਇੰਪਲੋਇਰਸ ਸਾਡੇ ਤੋਂ ਇਹੋ ਜਿਹੇ ਕੰਮ ਕਰਾ ਲੈਂਦੇ ਆ, ਡਿਜੀਟਲ ਕੰਮ ਕਰਾ ਲੈਂਦੇ ਆ, ਕੰਟੈਂਟ ਕ੍ਰੀਏਟ ਕਰਾ ਲਿਆ, ਸੋਸ਼ਲ ਮੀਡੀਆ ਸਟੋਰੀਜ਼ ਪੋਸਟ ਕਰਾ ਲਈਆਂ। ਕਹਿੰਦੇ ਪਰ ਇਹ ਜਿਹੜੀਆਂ ਸਾਡੀਆਂ ਡਿਜੀਟਲ ਸਕਿੱਲਸ ਨੇ ਇਹ ਅਨਪੇਡ ਔਰ ਅੰਡਰਪੇਡ ਹੁੰਦੀਆਂ ਨੇ। ਐਗਰੀ ਕਰਦੇ ਹੋ ਇਸ ਚੀਜ਼ ਨਾਲ? I think ਮਿਸਅੰਡਰਸਟੈਂਡਿੰਗ ਇੱਥੇ ਗੱਲ ਆ ਜਾਂਦੀ ਹੈ ਅਗੇਨ, not to blame my boomers or my millennials, ਕਿਉਂਕਿ ਮੈਂ ਡੈਡ ਦੀ ਗੱਲ ਸਿੱਧੀ ਕਰ ਲਵਾਂਗੀ। ਕਦੀ ਕਦੀ ਮੈਨੂੰ ਵੀਡੀਓ ਐਡਿਟ ਕਰਦੇ ਮੈਨੂੰ ਘੰਟਾ ਲੱਗ ਜਾਊਗਾ। ਉਹਨਾਂ ਦੇ ਦਿਮਾਗ 2 ਮਿੰਟ ਦਾ ਕੰਮ ਸੀ, ਕਾਹਦੇ ਨਹੀਂ ਕੀਤਾ, ਹਲੇ ਹੁਣੀ ਹੋ ਜਾਣਾ ਚਾਹੀਦਾ, ਮੈਂ ਹੁਣੀ ਕਰ ਦੇਣਾ। ਮੈਂ ਜੇ ਕਰਕੇ ਦੇਖੋ ਤੁਹਾਨੂੰ ਵੀ ਟਾਈਮ ਲੱਗੂਗਾ for sure। I think ਕਿਉਂਕਿ ਉਹ boomers and millennials ਨੇ ਉਹ ਕੰਮ ਕੀਤੇ ਨਹੀਂ ਜਿੰਨੇ ਕੁ ਆਪਾਂ ਕਰਦੇ ਹਾਂ। ਲਾਈਕ ਆਪਾਂ ਨੂੰ ਪਤਾ ਲੱਗ ਜਾਂਦਾ ਕਿ I need to take a picture from this angle, ਜਿੰਨਾ ਕੁਆਲਿਟੀ ਸਹੀ ਹੋਊਗਾ ਉਹਨੇ ਵਿਊਜ਼ ਆਉਗੇ। ਇੱਦਾਂ ਦੀਆਂ ਚੀਜ਼ਾਂ ਥੋੜ੍ਹੀ ਸਾਡੇ ਲਈ ਕਾਮਨ ਨੌਲੇਜ ਹੋ ਜਾਂਦੀਆਂ ਆ। ਵਰਸਿਸ ਦ ਬੂਮਰ ਜਨਰੇਸ਼ਨ, ਉਹਨਾਂ ਨੂੰ ਇੱਦਾਂ ਨਹੀਂ ਲੱਗਦਾ ਕਿ ਕੰਮ ਆ। ਲਾਈਕ ਫੋਨ ਚਲਾਈ ਜਾਂਦੇ ਨਾ, ਉਹ ਵੀ ਸਟੇਟਮੈਂਟ ਆ ਜਾਂਦੀ ਕਿ ਉਹ ਜਸਟ ਔਨ ਯੂਰ ਫੋਨ ਤੇ ਹੀ ਕਰਨਾ, 2 ਮਿੰਟ ਲੱਗਣੇ ਆ। 2 ਮਿੰਟ ਨਹੀਂ ਲੱਗਦੇ, ਟਾਈਮ ਲੱਗਦਾ। ਐਂਡ ਅਗੇਨ, not to blame boomers, but I do think underpaid ਇਸ ਕਰਕੇ ਕਿਉਂਕਿ ਉਹਨਾਂ ਨੂੰ ਵੈਲਿਊ ਨਹੀਂ ਪਤਾ ਉਹ ਕੰਮ ਦੀ। ਇੱਕ ਹੋਰ ਚੀਜ਼ ਕਹੀ ਜਾਂਦੀ ਹੈ, ਜੈਨਜ਼ੀਜ਼ ਕਹਿੰਦੇ ਬੜੀ ਕ੍ਰਿਟੀਕਲ ਕੁਐਸਚਨਿੰਗ ਕਰਦੇ ਆ, ਸਵਾਲ ਬੜੇ ਪੁੱਛਦੇ ਆ। ਇਹ ਕਿਉਂ? ਇਹਦਾ ਰੀਜ਼ਨ ਕੀ ਹੈ ਗੀਤਾਂਜਲੀ? I think ਕਿਉਂਕਿ even if I think at home ਕਿ we want to know why, ਕਿ ਜੇ ਆਪਾਂ ਕੋਈ ਕੰਮ ਕਰਨਾ, I don't want to do it to do it, ਕਿ ਠੀਕ ਹੈ ਇਹਨਾਂ ਨੇ ਮੈਨੂੰ ਕਹਿਤਾ ਮੈਂ ਕਰਤਾ, but ਕਾਹਤੇ ਕੀਤਾ, like what was the reasoning? And I do think we ask a lot of questions ਕਿ ਕਾਹਤੇ ਕਰਨਾ, why do you do it this way, are there better ways? ਆਪਾਂ try ਕੀ ਕੀਤਾ। I think a big thing I've noticed is when I'm hiring younger people, ਉਹ ਆ ਕੇ ਮੈਨੂੰ same ਚੀਜ਼ ਪੁੱਛਦੇ ਆ ਕਿ okay, why do we do it like this? ਆਪਾਂ ਪਹਿਲਾਂ ਕੀ try ਕੀਤਾ? And I realize it's because they might have a better option. ਕਦੀ ਕਦੀ ਹੁੰਦਾ ਕਿ ਉਹਨਾਂ ਨੇ ਕੋਈ CRM ਦੇਖੀ ਹੈ, ਉਹਨਾਂ ਨੇ ਕੁਝ online ਦੇਖਿਆ ਕਿ ਮੇਰਾ ਪੂਰਾ ਸਿਸਟਮ ਇਹ ਤੋਂ 2 times 3 times ਤੇਜ਼ ਹੋ ਸਕਦਾ। But I am in the same boat ਕਿ I'm the older version of Gen Z now ਕਿ ਮੈਂ ਵੀ ਕਦੀ ਕਦੀ ਕਹਿੰਦੀ ਨਹੀਂ ਜੋ ਆਪਾਂ ਕਰਦੇ ਸਹੀ ਆ। Why are you asking me? ਚੱਲਦਾ ਸੀ ਮੇਰੇ ਲਈ ਹੁਣ 5-6 ਸਾਲਾਂ ਦਾ। Why are you asking me? ਪੁੱਠਾ ਉਹੀ ਗੱਲ ਹੈ ਕਿ they might have a way to make it better. ਸੋ ਉਹਨਾਂ ਦੀ ਵੀ ਗੱਲ ਸੁਣਨੀ ਪੈਣੀ ਹੈ, ਉਹਨਾਂ ਕੋਲ ਬੈਟਰ ਤਰੀਕੇ ਹੋ ਸਕਦੇ ਆ। ਪਰ ਇਹ ਕਿਤੇ ਨਾ ਕਿਤੇ ਇਹ ਗੱਲ ਸੈਡ ਹੈਗੀ ਹੈ ਕਿ ਜਿਹੜੇ ਬੂਮਰਸ ਹੈਗੇ ਨਾ, ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਜ਼ਿਆਦਾ ਐਕਸਪੀਰੀਅੰਸ ਹੈ। ਨੋ ਡਾਊਟ ਐਕਸਪੀਰੀਅੰਸ ਦੇ ਨਾਲ ਬਹੁਤ ਚੀਜ਼ਾਂ ਹੁੰਦੀਆਂ, ਲੇਕਿਨ ਕਈ ਵਾਰੀ ਨਵੀਂ ਜਨਰੇਸ਼ਨ ਨੂੰ ਮੌਕਾ ਦੇਣ ਨਾਲ ਬਹੁਤ ਸਾਰੀਆਂ ਚੀਜ਼ਾਂ ਬੈਟਰ ਵੀ ਹੋ ਸਕਦੀਆਂ ਨੇ, ਰਾਈਟ? ਨਿਊ ਆਈਡੀਆਜ਼, ਉਹ ਵੀ ਗੱਲ ਹੈ ਕਿ ਆਈ ਥਿੰਕ ਅ ਲੋਟ ਆਫ ਥਿੰਗਸ get overdone ਕਿ ਠੀਕ ਹੈ ਇੱਕ ਜਣੇ ਨੇ ਕੀਤੇ, ਨੈਕਸਟ ਨੇ ਥੋੜਾ ਟਵੀਕ ਕਰਕੇ ਕਰ ਦਿੱਤਾ। ਉਹ ਨਿਊ ਫਰੈਸ਼ ਆਈਡੀਆਜ਼, I guess not the nicest way to put it, but you're only young and dumb once. ਜਦੋਂ ਤੁਸੀਂ ਬਹੁਤ young ਹੁੰਦੇ, your visions are bigger, your dreams are bigger ਕਿਉਂਕਿ ਉਹ reality hasn't caught up yet. ਤਾਂ ਮੈਂ ਬਹੁਤ enjoy ਕਰਦੀ when I get younger people coming, especially younger women, ਮੈਨੂੰ ਕਹੋਗੇ I want to do this and I'm like, oh, like in my head ਮੈਂ already ਸ਼ੁਰੂ ਹੋ ਜਾਣੀ because ਹੁਣ real life ਆਪਾਂ experience ਕੀਤੀ ਕਿ I don't know if you, then I go back and I'm like ਨਹੀਂ, try ਕਿ ਹੁਣ everything's different, it's a new space, new technology, new opportunities, try it. And same thing when I apply to myself in my business ki someone approaches me saying you're doing this great but have you thought of this? Try ਕਰਨ ਚ ਤਾਂ ਕੋਈ ਹਰਜ ਵੀ ਨਹੀਂ ਹੈਗਾ। ਗੀਤਾਂਜਲੀ ਜਾਂਦੇ ਜਾਂਦੇ ਜਿਹੜੇ ਜੈਨਜ਼ੀ ਸੁਣ ਰਹੇ ਨੇ ਉਹਨਾਂ ਨੂੰ ਕੀ ਕੋਈ ਮੈਸੇਜ, ਐਨੀ ਐਡਵਾਈਸ, ਐਨੀ ਟਿਪ? I think ਉਹ ਹੈ ਕਿ ਦਿਲ ਨੂੰ ਨਾ ਲਵੋ। I think any workplace is hard and don't take things to heart. I think you learn, you grow, we're all gonna make mistakes. Boomer ਦੇ ਪਾਸੇ ਵੀ mistakes ਹੋਣੇ, ਆਪਣੇ ਪਾਸੇ ਵੀ mistakes ਹੋਣੇ ਆ, and at the end of the day if we choose to be kinder, ਕਿ ਆਪਾਂ ਸੁਣੀਏ, patience ਰੱਖੀਏ, ਇੱਕ ਦੂਸਰੇ ਦੀ ਗੱਲ ਸੁਣੀਏ, I think we'll be a lot better of a workforce and even home life, anywhere. You can apply that anywhere. Ki if you feel like someone's not listening to you because of an age difference, don't take it to heart. Keep doing your good work and I think work speaks for itself. Yes.
ਸੋ ਮੈਨੂੰ ਲੱਗਦਾ ਜਿੰਨੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿੰਨੀ ਵੀ ਕਨਵਰਸੇਸ਼ਨ ਅਸੀਂ ਗੀਤਾਂਜਲੀ ਦੇ ਨਾਲ ਕੀਤੀ ਹੈ, ਸੁਣਨ ਦੀ ਕੋਸ਼ਿਸ਼ ਕੀਤੀ ਹੈ, ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੈਨਜ਼ੀਜ਼ ਨੂੰ, ਜਿੰਨਾ ਕੁ ਮੈਨੂੰ ਸਮਝ ਆਇਆ ਹੈ ਕਿ ਡਿਫਿਕਲਟ ਨਹੀਂ ਹੈ। ਹਾਂ, ਇਹ ਥੋੜ੍ਹੀ ਜਨਰੇਸ਼ਨ ਥੋੜ੍ਹੀ ਡਿਫਰੈਂਟ ਹੈਗੀ ਹੈ, ਸੋ ਸਾਨੂੰ ਇਹਨਾਂ ਦੇ ਨਾਲ ਕੰਮ ਕਰਨ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਬਦਲਣੇ ਪੈਣੇ ਤਾਂ ਕਿ ਬੈਲੈਂਸ ਹੋ ਸਕੇ। ਮੈਨੂੰ ਪਰਸਨਲੀ ਲੱਗਦਾ ਕਿ ਜੈਨਜ਼ੀ ਬੈਲੈਂਸ ਨੂੰ ਵੀ ਵੈਲਿਊ ਕਰਦੇ ਨੇ, ਜੈਨਜ਼ੀ ਮੈਂਟਲ ਹੈਲਥ, ਫੇਅਰਨੈਸ, ਟਰਾਂਸਪੇਰੈਂਸੀ, ਇਹਨਾਂ ਚੀਜ਼ਾਂ ਨੂੰ ਵੈਲਿਊ ਕਰਦੇ ਨੇ। ਹਾਂ ਕੁਐਸਚਨ ਪੁੱਛਦੇ ਨੇ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਓਲਡ ਵੇ ਨੂੰ ਚੈਲੰਜ ਕਰਦੇ ਨੇ, ਇਹ ਵੀ ਬਿਲਕੁਲ ਕਰੈਕਟ ਗੱਲ ਹੈ। ਫਲੈਕਸੀਬਲ ਵਰਕ ਚਾਹੁੰਦੇ ਨੇ, ਇਹ ਵੀ ਬਿਲਕੁਲ ਠੀਕ ਹੈ। ਪਰ ਮੈਨੂੰ ਲੱਗਦਾ ਜੇ ਆਪਾਂ ਕਹਿੰਦੇ ਹਾਂ, ਜੇ ਮੈਂ ਥੋੜ੍ਹਾ ਜਿਹਾ ਦੱਸਣਾ ਹੋਵੇ ਵੀ ਜੇ ਜੋਬ ਹੋਪਿੰਗ ਦੀ ਗੱਲ ਹੁੰਦੀ ਹੈ, ਜੇ ਆਪਣੀਆਂ ਜੋਬ ਸਵਿਚ ਕਰਦੇ ਨੇ ਤਾਂ ਉਹਦੇ ਪਿੱਛੇ ਸ਼ਾਇਦ ਇੰਟੈਂਸ਼ਨ, ਗਰੋਥ ਅਤੇ ਪਰਪਸ ਹੋ ਸਕਦੀ ਹੈ। ਜੇ ਅਥਾਰਟੀ ਨੂੰ ਕੁਐਸਚਨ ਕਰਦੇ ਨੇ, ਹੋ ਸਕਦਾ ਹੈ ਕਿ ਉਹ ਅਨਫੇਅਰਨੈਸ, ਜਿਹੜੀ ਅਨਫੇਅਰ ਪੋਲਿਸੀਜ਼ ਹੈਗੀਆਂ ਉਹਨਾਂ ਨੂੰ ਕੁਐਸਚਨ ਕਰ ਰਹੇ ਨੇ। ਜੇ ਜੈਨਜ਼ੀਜ਼ ਜਿਹੜੇ ਨੇ ਉਹ ਓਨੈਸਟ ਨੇ, ਡਰਿਵਨ ਨੇ, ਇਹ ਪਤਾ ਹੈ ਆਪਾਂ ਨੂੰ, ਫਲੈਕਸੀਬਿਲਿਟੀ ਨੂੰ ਵੈਲਿਊ ਜ਼ਿਆਦਾ ਕਰਦੇ ਨੇ, ਚੈਲੰਜਿੰਗ ਨੇ, ਯੈਸ ਸਮਟਾਈਮਸ ਇਹਨਾਂ ਨੂੰ ਮਿਸਅੰਡਰਸਟੈਂਡ ਕੀਤਾ ਜਾਂਦਾ, ਯੈਸ 100%, ਪਰ ਵਰਥ ਨੋਇੰਗ ਨੇ 100% ਗੀਤਾਂਜਲੀ। ਤੁਹਾਡੇ ਨਾਲ ਕੰਮ ਕਰਨਾ, ਤੁਹਾਨੂੰ ਜਾਣਨਾ, ਮੈਨੂੰ ਲੱਗਦਾ ਹੈ ਕਿ ਥੋੜ੍ਹਾ ਜਿਹਾ ਬਸ ਸਮਝਣਾ ਪਊਗਾ। ਜਨਰੇਸ਼ਨ ਗੈਪ ਨੂੰ ਇੱਕ ਸਾਈਡ 'ਤੇ ਰੱਖ ਕੇ ਉਹ ਚੀਜ਼ ਸਮਝਣੀ ਪਊਗੀ ਤਾਂ ਕਿ ਇੱਕ ਬੈਲੈਂਸ ਕ੍ਰੀਏਟ ਕੀਤਾ ਜਾ ਸਕੇ। ਅਸੀਂ ਐਜ਼ ਅ ਪੇਰੈਂਟਸ ਆਪਣੇ ਬੱਚਿਆਂ ਨਾਲ ਵੀ ਕ੍ਰੀਏਟ ਕਰਦੇ ਹਾਂ ਘਰ ਦੇ ਵਿੱਚ, ਉਹੀ ਚੀਜ਼ ਸਾਨੂੰ ਆਪਣੇ ਇੰਪਲੋਇਜ਼ ਦੇ ਨਾਲ, ਵਰਕ ਪਲੇਸ 'ਤੇ ਵੀ ਕਰਨੀ ਪਊਗੀ। ਪਰ ਥੈਂਕ ਯੂ ਸੋ ਮਚ ਅੱਜ ਆਉਣ ਲਈ, ਇੰਨੀਆਂ ਵਧੀਆ ਗੱਲਾਂ ਕਰਨ ਲਈ, ਅਤੇ ਉਮੀਦ ਹੈ ਵੀ ਆਪਾਂ ਹੋਰ ਵਿਸ਼ਿਆਂ ਦੇ ਉੱਤੇ ਵੀ ਇਸੇ ਤਰ੍ਹਾਂ ਗੱਲਬਾਤ ਕਰਾਂਗੇ। ਪਰ ਥੈਂਕ ਯੂ ਸੋ ਮਚ। ਥੈਂਕ ਯੂ ਜੈਸਮਨ ਜੀ, ਐਂਡ ਸਾਰੇ ਜਿਹੜੇ ਸੁਣਦੇ ਪਏ, ਥੈਂਕ ਯੂ ਫॉर ਟਿਊਨਿੰਗ ਇਨ। ਐਂਡ ਹੁਣ ਆਈ ਗੈਸ ਵਰਕ ਪਲੇਸ ਵਿੱਚ ਜੈਨਜ਼ੀ ਤਾਂ ਤੁਹਾਨੂੰ ਪਤਾ ਆ ਥੋੜ੍ਹਾ ਜਿਹਾ ਹੋਰ, ਪਰ ਥੋੜ੍ਹਾ ਜਿਹਾ ਸੰਭਲ ਕੇ ਐਂਡ ਥੋੜ੍ਹਾ ਜਿਹਾ ਇਹਨਾਂ ਦੇ ਨਾਲ ਪਿਆਰ ਦੇ ਨਾਲ ਡੀਲ ਕਰਕੇ, ਇਹਨਾਂ ਨੂੰ ਅੰਡਰਸਟੈਂਡ ਕਰਕੇ, ਮੈਨੂੰ ਲੱਗਦਾ ਬਹੁਤ ਵਧੀਆ ਵਰਕ ਪਲੇਸ ਬਣ ਸਕਦੀ ਹੈ। ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮਸ ਕਰਾਂਗੇ। ਮੈਂ ਹੋਪ ਕਰਦੀ ਹਾਂ ਕਿ ਗੀਤਾਂਜਲੀ ਦੇ ਨਾਲ ਕੁਝ ਇੰਟਰਸਟਿੰਗ ਵਿਸ਼ਿਆਂ 'ਤੇ ਗੱਲਬਾਤ ਹੋ ਸਕੇ। ਪਰ ਥੈਂਕ ਯੂ ਸੋ ਮਚ ਫॉर ਲਿਸਨਿੰਗ। ਅੱਜ ਦੇ ਪ੍ਰੋਗਰਾਮ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ ਜੀ। ਕੱਲ੍ਹ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸੁਣਦੇ ਰਹੋ ਰੈਡ FM, ਅਤੇ ਮੈਨੂੰ ਦਿਓ ਇਜਾਜ਼ਤ।